ਦਰੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਤੇ ਜਿਵੇਂ ਜਿਵੇਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਗੁਰਪੁਰਬ ਨੇੜੇ ਆ ਰਿਹਾ ਹੈ, ਹੋ ਸਕਦਾ ਹੈ ਤੁਸੀਂ ਚਾਰੋਂ ਪਾਸੇ ਚਰਚਾ ਸੁਣ ਰਹੇ ਹੋਵੋ ਗੁਰੂ ਸਾਹਿਬ ਦੇ ਦੱਸੇ ਰਸਤੇ ਦੀ, ਉਹਨਾਂ ਦੀਆਂ ਸਿੱਖਿਆਵਾਂ ਦੀ, ਉਹਨਾਂ ਦੀ ਉਚਾਰੀ ਇਲਾਹੀ ਬਾਣੀ ਅਤੇ ਉਹਦੇ ਵਿਚਲੇ ਅੰਤਰੀਵ ਭਾਵ ਦੀ। ਹੋ ਸਕਦਾ ਹੈ ਕਿਸੇ ਚੰਗੇ ਅਕਾਦਮਿਕ ਸੈਮੀਨਾਰ ਵਿੱਚ ਚੰਗੇ ਵਿਦਵਤਾਪੂਰਨ ਪਰਚੇ ਪੜ੍ਹ ਦਿੱਤੇ ਗਏ ਹੋਣ, ਪਰ ਹਵਾ ਵਿੱਚ ਜਿਹੜੇ ਚਰਚੇ ਮੈਨੂੰ ਜ਼ੋਰ ਸ਼ੋਰ ਨਾਲ ਸੁਣਾਈ ਦੇ ਰਹੇ ਨੇ ਉਹ ਕਰਤਾਰਪੁਰ ਦੇ ਲਾਂਘੇ ਬਾਰੇ ਹਨ। ਕਿੰਨਾ ਤਿਆਰ ਹੋ ਗਿਆ ਹੈ, ਪਾਸਪੋਰਟ ਚਾਹੀਦਾ ਹੋਵੇਗਾ ਕਿ ਨਹੀਂ, ਉੱਤੇ ਠੱਪਾ ਤਾਂ ਨਹੀਂ ਲੱਗੇਗਾ, $20 ਜਾਇਜ਼ ਹੈ ਕਿ ਜਜ਼ੀਆ ਹੈ, ਅੱਛਾ ਸਟੇਜ ਇੱਕ ਹੋਵੇਗੀ, 2 ਹੋਣਗੀਆਂ ਕਿ ਹੁਣ ਤੇ ਮੋਦੀ ਸਾਹਿਬ ਆ ਰਹੇ ਨੇ 3 ਹੋ ਜਾਣਗੀਆਂ, ਤੇ ਉਹ ਜੱਫੀ ਵਾਲਾ ਸਿੱਧੂ ਜਾਵੇਗਾ ਕਿ ਨਹੀਂ, ਤੇ ਦਿੱਲੀ ਵਾਲਾ ਸਰਨਾ ਉਧਰੋਂ ਆਵੇਗਾ ਕਿ ਇਧਰੋਂ ਜਾਵੇਗਾ। ਗੱਲ ਸਭ ਗੁਰੂ ਨਾਨਕ ਦੀ ਹੀ ਕਰ ਰਹੇ ਹਨ। ਇਹ ਗੁਰੂ ਨਾਨਕ ਦੀਆਂ ਗੱਲਾਂ ਹੋਣਗੀਆਂ। ਕੋਈ ਉਹਦੇ 550 ਸੱਚੇ ਤੇ ਸਰਕਾਰੀ ਮਾਨਤਾ ਪ੍ਰਾਪਤ ਪੈਰੋਕਾਰ ਲੱਭ ਰਿਹਾ ਹੈ, ਕੋਈ ਗੁਰੂ ਨੂੰ ਇਸੇ ਸਾਲ ਸਮਝ ਲੈਣ ਲਈ ਲੰਬੇ ਚੌੜੇ ਪਰਚਾ ਦਰ ਪਰਚਾ ਪਾਠ ਵਾਲੇ ਸੈਮੀਨਾਰ ਵਿਉਂਤ ਰਿਹਾ ਹੈ। ਗੱਲ ਗੁਰੂ ਨਾਨਕ ਦੀ ਖੂਬ ਹੋ ਰਹੀ ਹੈ। ਇਹਨਾਂ ਸਾਰੀਆਂ ਕੋਸ਼ਿਸ਼ਾਂ ਤੋਂ ਅਜ਼ੀਮ ਪ੍ਰੇਰਨਾ ਹਾਸਲ ਕਰ ਅਸੀਂ ਵੀ ਗੁਰੂ ਜੀ ਦੀ ਹੀ ਗੱਲ ਕਰਾਂਗੇ। ਅਸੀਂ ਕਸ਼ਮੀਰ ਬਾਰੇ ਚਰਚਾ ਕਰ ਰਹੇ ਹਾਂ। ਇਹ ਵੀ ਗੁਰੂ ਨਾਨਕ ਦੀ ਹੀ ਗੱਲ ਹੈ। ਹੁਣ ਟੀਵੀ ਦੇ ਐਂਕਰ ਵਾਲੀ ਚਲਾਕੀ ਹੈ ਕਿ ਗੁਰੂ ਦੇ ਦੱਸੇ ਰਸਤੇ ਤੇ ਤੁਰਨ ਦਾ ਯਤਨ ਹੈ। ਇਹ ਫੈਸਲਾ ਤਾਂ ਤੁਸੀਂ ਕਰਨਾ। ਚਰਚਾ ਵਿੱਚ ਸਾਡੇ ਨਾਲ ਰਿਹਾ ਜੇ। ਸਵਾਲ ਸਾਦੇ ਹਨ। ਕਸ਼ਮੀਰ ਅਜੇ ਵੀ ਬੰਦ ਹੈ ਕਿ ਖੁੱਲ੍ਹ ਗਿਆ ਹੈ? ਲੋਕ ਅਜੇ ਚੁੱਪ ਹਨ ਕਿ ਬੋਲ ਰਹੇ ਹਨ? ਘਰਾਂ ਵਿੱਚ ਬੰਦ ਹਨ ਜਾਂ ਭਾਈ ਆਜ਼ਾਦ ਹਨ, ਜਿੱਥੇ ਮਰਜ਼ੀ ਜਾਣ, ਦਫ਼ਤਰ ਜਾਣ, ਦੁਕਾਨ ਖੋਲ੍ਹਣ, ਭਾਵੇਂ ਸੈਰ ਸਪਾਟਾ ਕਰਨ ਚਲੇ ਜਾਣ? ਸਾਡੇ ਦੇਸ਼ ਦੇ ਨੇਤਾ ਕਸ਼ਮੀਰ ਨਹੀਂ ਜਾ ਸਕਦੇ, MP ਵੀ ਨਹੀਂ ਜਾ ਸਕਦੇ। ਯੂਰਪ ਦੇ MP ਪ੍ਰਾਈਵੇਟ ਤੌਰ ਤੇ ਆ ਕੇ ਕਸ਼ਮੀਰ ਘੁੰਮ ਫਿਰ ਕੇ ਚਲੇ ਗਏ ਹਨ। ਡਲ ਲੇਕ 'ਚ ਕੁੱਤੇ ਘੁੰਮ ਰਹੇ ਸਨ। ਪ੍ਰਧਾਨ ਮੰਤਰੀ ਜੀ ਨੂੰ ਵੀ ਮਿਲ ਗਏ ਹਨ। ਪੁਰਾਣੀ ਦੁਨੀਆ ਖਤਮ ਹੋ ਗਈ ਹੈ। 3 ਦਿਨ ਪਹਿਲੇ 31 ਅਕਤੂਬਰ ਨੂੰ ਜੰਮੂ ਅਤੇ ਕਸ਼ਮੀਰ ਰਾਜ ਖਤਮ ਹੋ ਗਿਆ। 2 ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਏ, ਜੰਮੂ ਕਸ਼ਮੀਰ ਤੇ ਲੱਦਾਖ। ਹੁਣ ਨਵਾਂ ਕਸ਼ਮੀਰ ਖੁੱਲ੍ਹਾ ਹੈ ਕਿ ਬੰਦ? ਦਿਲ ਕਰਦਾ ਤੁਹਾਨੂੰ ਕਹਿ ਦਿਆਂ ਕਿ ਜਾਓ ਵਹੀਰਾਂ ਘੱਤ ਕੇ ਚਲੇ ਜਾਓ। ਲਾਂਘਾ ਤੇ ਕਰਤਾਰਪੁਰ ਵੱਲ ਵੀ ਹੈ, ਲਾਂਘਾ ਤੇ ਕਸ਼ਮੀਰ ਵੱਲ ਵੀ ਫਿਰ ਖੁੱਲ੍ਹ ਗਿਆ ਹੋਣਾ, ਜਾਓ ਆਪ ਦੇਖਾਵੋ। ਪਰ ਫਿਰ ਡਰ ਲੱਗਦਾ ਹੈ ਕਿ ਕਿਤੇ ਦੇਸ਼ ਧਰੋਈਆਂ ਵਾਲੀ ਸੂਚੀ ਵਿੱਚ ਇਨਾਮ ਨਾ ਆ ਜਾਵੇ। ਗੁਰੂ ਤਾਂ ਵੈਸੇ ਹਿੰਮਤ ਬੜੀ ਦਿੰਦਾ ਹੈ। ਮੈਂ ਹੀ ਸਿਰਫ ਦਲੀਲ ਵਿੱਚ ਚਰਚਾ ਕਰਨ ਤੱਕ ਆਪਣੇ ਆਪ ਨੂੰ ਸੀਮਤ ਕਰੀ ਬੈਠਾ। ਤੇ ਚਰਚਾ ਵਿੱਚ ਸਾਡੇ ਨਾਲ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਪੋਲੀਟੀਕਲ ਸਾਇੰਟਿਸਟ ਨੇ, ਪੰਜਾਬ ਯੂਨੀਵਰਸਿਟੀ ਨਾਲ ਵਾਬਸਤਾ ਨੇ, ਕਸ਼ਮੀਰ ਨੂੰ ਬੜੀ ਨੇੜਿਓਂ ਪੜ੍ਹਦੇ ਨੇ, ਸਾਡੇ ਨਾਲ ਜੁੜ ਰਹੇ ਨੇ। ਰਾਜੀਵ ਲੋਚਨ ਜੀ, ਪ੍ਰੋਫੈਸਰ ਰਾਜੀਵ ਲੋਚਨ ਵੀ ਅਕਾਦਮਿਕ ਨੇ ਤੇ ਰਾਜਨੀਤੀ ਦੇ ਨਾਲ ਸੰਬੰਧ ਰੱਖਦੇ ਨੇ, ਕਮੈਂਟੇਟਰ ਨੇ, ਪੋਲੀਟੀਕਲ ਐਨਾਲਿਸਟ ਨੇ। ਇਹਨਾਂ ਤੋਂ ਪੁੱਛਾਂਗੇ ਕਿ ਕਿਹਨਾਂ ਸੰਦਰਭਾਂ ਦੇ ਵਿੱਚ ਅਸੀਂ ਅੱਜ ਦੇ ਇਸ ਕਸ਼ਮੀਰ ਨੂੰ ਸਮਝੀਏ। ਇੰਜ ਜਾਪਦਾ ਪਿਛਲੇ ਲੰਬੇ ਪਾਸਟ ਤੋਂ ਕਸ਼ਮੀਰ ਛੁਡਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਦੀ ਗੱਲ ਸੁਣੀਏ, ਅਮਿਤ ਸ਼ਾਹ ਜੀ ਦੀ ਸੁਣੀਏ, ਤੇ ਇੰਜ ਵੀ ਜਾਪਦਾ ਕਿ ਆਜ਼ਾਦ ਕਰਾ ਲਿਆ ਗਿਆ ਹੈ। ਤੇ ਹੁਣ ਫਿਰ ਇਹ ਜਿਹੜਾ ਆਜ਼ਾਦ ਹੋ ਗਿਆ ਕਸ਼ਮੀਰ ਹੈ, ਇਹਨੇ ਸਾਡੇ ਨਾਲ ਕਿਵੇਂ ਚੱਲਣਾ ਹੈ? ਤੇ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਗੁਰੂ ਨਾਨਕ ਦੀ ਟੀਚਿੰਗਸ ਦੀਆਂ, ਉਹਨਾਂ ਦੀਆਂ ਸਿੱਖਿਆਵਾਂ ਦੇ ਪੈਰਾਡਾਈਮ ਵਿੱਚ ਅਸੀਂ ਗੱਲ ਕਰ ਰਹੇ ਹਾਂ, ਇਹ ਰਿਸ਼ਤੇ ਕਿਵੇਂ ਸਮਝਣੇ ਨੇ? ਇਹ ਲਾਂਘਾ ਕਰਤਾਰਪੁਰ ਵਾਲਾ ਕਿਹੜਾ ਤੇ ਕਸ਼ਮੀਰ ਵਾਲਾ ਕਿਹੜਾ? ਇਸ ਸਭ ਦੀ ਗੱਲ ਕਰਾਂਗੇ। ਪਰ ਪ੍ਰੋਫੈਸਰ ਮੁਹੰਮਦ ਖਾਲਿਦ ਜੀ, ਹੁਣ ਦੇ ਕਸ਼ਮੀਰ ਨੂੰ ਕਿਵੇਂ ਸਮਝੀਏ? ਹੁਣ ਆਜ਼ਾਦ ਹੋ ਗਿਆ, ਹੁਣ ਸਾਡਾ, ਹੁਣ ਕੋਈ ਬਹਾਨਾ ਨਹੀਂ ਰਹਿ ਗਿਆ, ਹੁਣ ਖੁੱਲ੍ਹ ਵੀ ਗਿਆ, ਆਮ ਵਾਂਗ ਹੋ ਗਿਆ। ਦੇਖੋ ਇੱਦਾਂ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੀ ਬੇਸ ਹੈ, ਜਿਹੜੀ ਧਰਤੀ ਹੈ, ਉਹਦੇ ਪਰ ਕੋਈ ਚੇਂਜ ਨਹੀਂ ਆਈ ਹੈ। ਉਹ ਉਸੇ ਤਰੀਕੇ ਦੇ ਨਾਲ ਹੈ। ਸੰਵਿਧਾਨ ਦੇ ਵਿੱਚ ਤੁਸੀਂ ਤਰਮੀਮ ਕਰਕੇ ਜਿਹੜਾ ਆਰਟੀਕਲ 370 ਨੂੰ ਉਹਦੀਆਂ ਕੁਛ ਧਾਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਬਿਲਕੁਲ ਖ਼ਤਮ ਕਰਤਾ। ਉਹਦੇ ਨਾਲ ਜਿਹੜਾ ਧਰਤੀ ਦੇ ਉੱਪਰ ਕਸ਼ਮੀਰ 'ਤੇ ਜੋ ਕੁਛ ਹੋ ਰਿਹਾ ਉਹਦੇ ਵਿੱਚ ਕੋਈ ਚੇਂਜ ਨਹੀਂ ਆਈ ਹੈ। ਕਸ਼ਮੀਰ ਪਹਿਲਾਂ ਵੀ ਇੰਡੀਆ ਦਾ ਪਾਰਟ था, ਅੱਜ ਵੀ ਇੰਡੀਆ ਦਾ ਹੀ ਪਾਰਟ ਹੈ। ਹਾਂ ਬਿਲਕੁਲ। ਔਰ ਇਸ ਚੀਜ਼ ਨੂੰ ਕਿਸੇ ਨੇ ਡਿਨਾਈ ਨਹੀਂ ਕੀਤਾ। ਸਪੈਸ਼ਲ ਸਟੇਟਸ ਚਲਾ ਗਿਆ, ਲੇਕਿਨ ਉਹਦੇ ਨਾਲ ਕਿਆ ਸਰ ਆਪਾਂ ਇੰਟੈਗ੍ਰੇਸ਼ਨ ਹੋ ਗਈ। ਆਪਾਂ 3 ਮਹੀਨਿਆਂ ਬਾਅਦ ਗੱਲ ਕਰ ਰਹੇ ਹਾਂ। 5 ਅਗਸਤ ਦੀ ਘਟਨਾ ਸੀ ਤੇ ਆ 5 ਨਵੰਬਰ ਚੜ੍ਹਿਆ ਆ ਰਿਹਾ। 3 ਮਹੀਨੇ ਹੋ ਜਾਣਗੇ। ਕੀ ਤੁਹਾਨੂੰ ਲੱਗਦਾ ਹੈ ਕਿ ਨੈਸ਼ਨਲ ਫੋਕਸ ਵਿੱਚ ਹੁਣ ਕਸ਼ਮੀਰ ਰਿਹਾ ਕਿ ਉਹ ਪਾਸੇ ਹੋ ਗਿਆ? ਤੇ ਜੇ ਉੱਥੇ ਕੁਝ ਨਹੀਂ ਬਦਲਿਆ, ਤੁਸੀਂ ਕਹਿ ਰਹੇ ਹੋ ਜ਼ਮੀਨ ਤੇ ਕੁਝ ਨਹੀਂ ਬਦਲਿਆ, ਤਾਂ ਕਸ਼ਮੀਰ ਨੈਸ਼ਨਲ ਡਿਸਕੋਰਸ ਦੇ ਵਿੱਚੋਂ ਬਾਹਰ ਕਿਵੇਂ ਹੋ ਗਿਆ? ਦੇਖੋ ਨੈਸ਼ਨਲ ਡਿਸਕੋਰਸ ਤੋਂ ਬਾਹਰ ਅੱਜ ਵੀ ਕਸ਼ਮੀਰ ਨਹੀਂ ਹੋਇਆ। ਅੱਜ ਵੀ ਤੁਹਾਡਾ ਪ੍ਰਧਾਨ ਮੰਤਰੀ ਵੀ, ਤੁਹਾਡਾ NSA ਵੀ, ਤੁਹਾਡਾ ਡਿਫੈਂਸ ਮਿਨਿਸਟਰ ਵੀ, ਤੁਹਾਡਾ ਹੋਮ ਮਿਨਿਸਟਰ ਵੀ ਕਸ਼ਮੀਰ ਦੀ ਹੀ ਗੱਲ ਕਰ ਰਿਹਾ। ਅੱਜ ਵੀ
ਮੀਡੀਆ ਜਿਹੜਾ ਹੈਗਾ ਉਹ ਵੀ ਕਸ਼ਮੀਰ ਦੀ ਗੱਲ ਕਰ ਰਿਹਾ। ਅੱਜ ਵੀ ਅਖਬਾਰ ਜਿਹੜੇ ਹੈਗਾ ਕਸ਼ਮੀਰ ਨਾਲ ਭਰੇ ਹੋਏ ਆ। ਕਿਉਂ ਭਰੇ ਹੋਏ ਆ? ਉਹਦੀ ਵਜ੍ਹਾ ਇਹ ਹੈਗੀ ਹੈ ਕਿ ਕਸ਼ਮੀਰ ਦੇ ਵਿੱਚ ਜਿਹੜੀਆਂ ਅਸੀਂ ਚੇਂਜਸ ਲਿਆਉਣ ਦੀ ਕੋਸ਼ਿਸ਼ ਕੀਤੀ ਪਾਰਲੀਮੈਂਟ ਦੇ ਵਿੱਚ ਇਹ ਸਾਰਾ ਪਾਸ ਕਰਕੇ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਵੀ ਕਸ਼ਮੀਰੀ ਜਿਹੜਾ ਹੈਗਾ ਉਹ ਫੇਰ ਵੀ ਤੁਹਾਡੇ ਨਾਲ ਉੱਠ ਕੇ ਤੁਰਨ ਵਾਸਤੇ ਤਿਆਰ ਨਹੀਂ ਹੈ। ਔਰ ਜਿਹੜਾ ਕਸ਼ਮੀਰ ਖਾਸ ਤੌਰ ਪਰ ਜਿਹੜਾ ਵੈਲੀ ਹੈ, ਵੈਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕਡਾਊਨ ਦੇ ਵਿੱਚ ਪੂਰਾ ਰੀਜਨ ਰਹਿ ਰਿਹਾ ਹੈ ਪਿਛਲੇ 3 ਮਹੀਨਿਆਂ ਤੋਂ, ਜਿਵੇਂ ਤੁਸੀਂ ਕਿਹਾ, ਉਸ ਤੋਂ ਬਾਅਦ ਕੋਈ ਵੀ ਉਹਨਾਂ ਦੇ ਨਾਲ ਰਿਪਰੋਚਮੈਂਟ ਜਿਹੜੀ ਹੈਗੀ ਹੈ ਉਹ ਨਹੀਂ ਹੋਈ ਹੈ, ਨਾ ਉੱਥੇ ਦੇ ਲੋਕ ਜਿਹੜੇ ਹੈਗੇ ਆ ਇਹ ਨਵੀਂ ਰਿਐਲਿਟੀ ਨੂੰ ਐਕਸੈਪਟ ਕਰਨ ਵਾਸਤੇ। ਰਜੀਵ ਲੋਚਨ ਜੀ, ਵਨ ਸਿੰਪਲ ਥਿੰਗ, ਕੀ ਵੈਲੀ ਲੋਕਡਾਊਨ ਦੇ ਵਿੱਚ ਹੈ? ਕੀ ਇਸ ਤਰ੍ਹਾਂ ਨੂੰ ਮੰਨਿਆ ਜਾਏ ਕਿ ਵੈਲੀ ਲੋਕਡਾਊਨ 'ਚ ਹੈ? ਲੋਕਡਾਊਨ ਇੱਥੇ ਤਾਂ ਤੁਹਾਡਾ ਡਿਫਰੈਂਸ ਹੈ। ਮੈਨੂੰ ਇੱਕ ਗੱਲ ਦੱਸੋ, ਮੈਂ ਜਿਹੜੇ ਸਵਾਲ ਪਹਿਲਾਂ ਕੁਝ ਪੁਰਾਣੇ ਵੀ ਨਾਲ ਲੈ ਲਵਾਂ। ਇਹ ਪੁਰਾਣੇ ਨੇ, ਇਹ ਮੇਰੀ ਜਵਾਨੀ ਦੇ ਸਮੇਂ ਤੋਂ ਮੇਰੇ ਨਾਲ ਆ ਗਏ ਨੇ। ਜਦੋਂ ਅਸੀਂ ਨਵੀਂ ਨੌਕਰੀ ਜੁਆਇਨ ਕੀਤੀ ਸੀ ਤਾਂ ਪੰਜਾਬ 'ਚ ਮਿਲੀਟੈਂਸੀ ਜਿਹਨੂੰ ਕਹਿੰਦੇ ਨੇ ਜੀ, ਖਤਮ ਹੋਣ ਵਾਲੇ ਪਾਸੇ ਨੂੰ ਸੀ। ਬੇਅੰਤ ਸਿੰਘ ਵਾਲੀ ਸਰਕਾਰ ਬਣ ਗਈ ਸੀ, ਮੁੰਡੇ ਮਾਰੇ ਜਾ ਰਹੇ ਸੀ, ਅਸੀਂ ਪ੍ਰੋਫੈਸ਼ਨ ਦੇ ਵਿੱਚ ਕਦਮ ਰੱਖ ਰਹੇ ਸੀ ਤੇ ਲੋਕ ਉੱਥੇ ਪੁੱਛਦੇ ਸਨ, ਵੱਖ-ਵੱਖ ਰਾਜਾਂ ਦੇ ਲੋਕ ਹੁੰਦੇ ਸਨ ਦਿੱਲੀ ਵਿੱਚ, ਕਿ ਜੀ ਹੁਣ ਪੰਜਾਬ 'ਚ ਟੈਰਰਿਜ਼ਮ ਖਤਮ ਹੋ ਗਿਆ ਹੈ। ਆਹਿਸਤਾ ਉਹ ਸਵਾਲ ਪੁੱਛਣਾ ਖਤਮ ਹੋ ਗਿਆ ਤੇ ਲੋਕ ਪੁੱਛਦੇ ਸੀ ਹੁਣ ਪੰਜਾਬ ਨਾਰਮਲ ਹੋ ਗਿਆ ਹੈ। ਮੈਨੂੰ ਤੇ ਅੱਜ ਤੱਕ ਵੀ ਨਹੀਂ ਪਤਾ ਕਿ ਪੰਜਾਬ ਨਾਰਮਲ ਹੋ ਗਿਆ ਸੀ, ਉਸ ਤੋਂ ਬਾਅਦ ਕਦੀ ਨਾਰਮਲ ਹੋਇਆ ਹੈ, ਕਿ ਅੱਜ ਨਾਰਮਲ ਹੋ ਗਿਆ। ਲੱਗਦਾ ਹੈ ਕਿ ਜਵਾਬ ਤਾਂ ਨਹੀਂ ਆਉਂਦੇ, ਸਵਾਲ ਹੀ ਕਿਧਰੇ ਗਵਾਚ ਜਾਂਦੇ ਨੇ। ਤੁਹਾਨੂੰ ਲੱਗਦਾ 3 ਮਹੀਨਿਆਂ ਬਾਅਦ ਕਸ਼ਮੀਰ ਵੀ ਇਸ ਤਰ੍ਹਾਂ ਹੀ ਗਵਾਚਦਾ ਚਲਾ ਜਾਏਗਾ? ਅੱਜ ਤੋਂ ਸਾਲ ਬਾਅਦ ਅਸੀਂ ਇਹ ਵੀ ਪੁੱਛਣਾ ਬੰਦ ਕਰ देंगे कि कश्मीर नॉर्मल हो गया कि नहीं? फैज़ अहमद फैज़ ने और कम्युनिस्ट पार्टी ऑफ इंडिया ने जो 1950 में अपनी कॉन्फ्रेंस की थी उसमें कहा था भारत आज भी आज़ाद नहीं है। तो हालांकि कुछ लोगों का मानना था कि 1947 में आज़ादी आ गई है, पर कम्युनिस्ट लोग तो यही लाइन फॉलो कर रहे थे कि अभी आज़ाद नहीं हुआ है। और फिर 1955 में फैज़ अहमद फैज़, चूंकि भारत पे तो उनका इन्फ्लुएंस नहीं था, पाकिस्तान पे था, तो उन्होंने पाकिस्तान में एक मिलिट्री कू लीड की, हाँ बाकायदा। और वो जो मिलिट्री कू पार्टी बनाई, हाँ, तो जो मिलिट्री कू लीड की, वो मिलिट्री कू रात को पकड़ा गई, यानी कब सवेरे कू होने वाली थी, सरकार का तख्ता पलटा जाने वाला था, पिछली शाम को पकड़े गए सारे के सारे लोग। तो फैज़ साहब को जेल हो गई। जब वो जेल पहुंच गए तो उन्होंने बैठ के जेल में अगले 4-5 साल रहे जेल में, तो वहाँ बैठ के उन्होंने कविताएं लिखी कि जिंदगी कितनी दुखी है और इस तरह की कविताएं। पाकिस्तान बेहतर से बेहतर देश बनता चला गया, भारत बेहतर से बेहतर देश बनता चला गया। मेरा कहना केवल ये है कि ये जो सवाल होते हैं ना कि आज़ादी है कि नहीं है, कितनी आज़ादी है, लॉकडाउन है कि नहीं है, ये बड़े बेमानी सवाल हैं। इन सवालों के जरिए हम बात नहीं समझ सकेंगे। 40 मिनट तो किसी डिफेंड करनी है अपनी ये स्टेटमेंट, बाकी 40 मिनट कि ये बेमानी सवाल है पूछना कि कश्मीर की आम वांग हो गया कि हुण कश्मीर के लोग बोल सकते हैं कि उन्हां दी आवाज उन्हां नूं मिल गई है। तो ये उसके बारे में ये है कि डेमोक्रेसी जब से रोम में आई थी ना पहले डेमोक्रेसी, तब से हमारे पास लिटरेचर अवेलेबल, लोग ये कह रहे थे कि जी डेमोक्रेसी बड़े खतरे में है। तो तब से लेके आज तक डेमोक्रेसी लगातार खतरे में ही रही है। तो ये आजादी और डेमोक्रेसी ऐसी चीजें हैं, डेमोक्रेसी तुसी आज बोल रहे हो, जेडी डेमोक्रेसी तुसी आज बोल रहे हो ना लोकां करके जेडे लगातार कह रहे सी खतरे विच। आजादी और डेमोक्रेसी ऐसी चीजें जो हरीदम खतरे में रहती हैं, और बेहतर ये रहे कि सिविल सोसाइटी ये कहे कि खतरे में है, ताकि सरकार अपने आपे में रहे और अपनी लिमिट से आगे ना बढ़ पाए। और ये अच्छी बात है कहना, यदि सरकार अपने, हाँ अच्छी बात है कहना, तो ये क्रिटिसिज्म लगातार चलते रहना चाहिए। पर उसका जो दूसरा पक्ष है वो ये कि क्या कश्मीर के लोग भारत के साथ हैं? पहले भी थे, आज भी हैं। मैंने पिछली बार जब काउंट किया तो 6 बड़े बड़े एपिसोड्स हुए थे जहां कश्मीर के लोगों ने भारत का समर्थन किया था, ना कि चीन या पाकिस्तान का। और ये बड़े मेजर एपिसोड्स थे जिसमें कि बाहर से हमारे देश पे हमला हो रहा था। तो यदि वो इतना सर्टिफिकेट, यानी इसके अलावा तो बस यही बचा कि तहसीलदार का सर्टिफिकेट लेके आ जाएं कि हम भारत के साथ खड़े हैं। बाकी सब तो इनके एक्शन में तो है। ये जो तहसीलदार का सर्टिफिकेट है ये बाकी दे हिंदुस्तान ਨੂੰ किसने जाके दिखाना है जिन्हें कोल ਇਹ ਬਿਆਨੀਆ ਵੇਚਿਆ ਜਾ ਰਿਹਾ ਹੈ ਕਿ ਇਹ ਸਾਡੇ ਦੇਸ਼ ਦੇ ਨਹੀਂ ਹੈ। ਐਂਡ ਆਈ ਐਮ ਕੋਟਿੰਗ ਦਾ ਲੇਟੈਸਟ नंबर ऑफ ऑर्गेनाइजर ਤੇ ਪੰਚ ਜਨੇ ऑर्गेनाइजर वालों का व्यू होगा उसमें हम क्या करें? ਉਹਨਾਂ ਦੇ ਰਾਜ ਹੈ, ਉਹਨਾਂ ਦੇ ਰਾਜ ਵਿੱਚ ਰਹਿ ਰਹੇ हैं। नहीं ऑर्गेनाइजर का राज तो नहीं, राज तो हम मेरा और आपका है। प्रधानमंत्री भी कहते हैं ना कि मैं जिन्हां दा वफादार हां, जिन्हां प्रति उम्र पर प्रधानमंत्री ने कभी नहीं कहा कि मैं ऑर्गेनाइजर या आरएसएस का वफादार। प्रधानमंत्री ने ये बकायदा कहा कि उम्र पर आरएसएस के वफादार। आरएसएस वो है ही आरएसएस का मेंबर है, वो उस पर कोई शक नहीं है। पर ये कहना कि आरएसएस देश चला रहा है, ये वो अतिशयोक्ति होगी। ऑर्गेनाइजर या पंच ਜਨਿਆਂ ਦੀਆਂ ਸਟੇਟਮੈਂਟਸ ਨੂੰ ਕੋਈ ਵੇਟ ਦਿਆਂ ਕਿ ਨਾ ਅੱਜ ਦੇ ਮਾਹੌਲ ਦੇ ਵਿੱਚ? ਦੇਖੋ ਇਦਾਂ ਹੈਗਾ ਜੀ ਕਿ ਇਹਦੇ 'ਚ ਕੋਈ ਦੋ ਰਾਏ ਨਹੀਂ ਹਨ
ਕਿ ਸਰਕਾਰ ਦੀਆਂ ਜਿੰਨੀਆਂ ਵੀ ਨੀਤੀਆਂ ਹੈਗੀਆਂ ਉਹ ਉਹੀ ਨੀਤੀਆਂ ਜਿਹੜੀਆਂ ਕਿ ਆਰਐਸਐਸ ਨੇ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਜਿਹੜੀਆਂ ਸੀਗੀਆਂ ਡਿਸਾਈਡ ਕੀਤੀਆਂ ਔਰ ਲਗਾਤਾਰ ਉਹਦੇ ਉੱਪਰ ਕੰਮ ਕੀਤਾ। ਜੀ ਜੀ, ਤੁਸੀਂ ਆਰਟੀਕਲ ਮੈਂ ਅੱਜ ਰਾਮ ਮਾਧਵ ਦਾ ਨਾਮ ਨਹੀਂ ਲਿਆ। ਇੱਕ ਮਿੰਟ, ਆਰਟੀਕਲ 370 ਲੈ ਲਓ, ਤੁਸੀਂ ਟ੍ਰਿਪਲ ਤਲਾਕ ਲੈ ਲਓ ਜੀ, ਤੁਸੀਂ ਹੋਰ ਜਿੰਨੇ ਵੀ ਇਸ਼ੂ ਸੀਗੇ ਉਹ ਸਾਰੇ ਇਸ਼ੂ ਬੇਸਿਕਲੀ ਆਰਐਸਐਸ ਦੇ ਇਸ਼ੂ ਸੀਗੇ ਜਿਹੜੇ ਕਿ ਬੀਜੇਪੀ ਦੇ ਥਰੂ ਉਹਨਾਂ ਨੇ ਕੀਤੇ। ਨੰਬਰ 1। ਨੰਬਰ ਦੂਸਰੀ ਗੱਲ ਇਹ ਹੈਗੀ ਹੈ ਕਿ ਆਰਐਸਐਸ ਨੂੰ ਇਹ ਸਮਝਣਾ ਵੀ ਇੱਕ ਕਲਚਰਲ ਆਰਗੇਨਾਈਜੇਸ਼ਨ ਹੈ, ਬਿਲਕੁਲ ਗਲਤ ਹੈ। ਆਰਐਸਐਸ ਬੇਸਿਕਲੀ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਔਰ ਉਹਨਾਂ ਨੇ ਆਪਣੇ ਹੀ ਆਪਣੇ ਹੀ ਰਿਪਰੈਜ਼ੈਂਟੇਟਿਵ ਅੱਗੇ ਕੀਤੇ ਹੋਏ ਆ। ਕਿੰਨੇ ਗਵਰਨਰ, ਕਿੰਨੇ ਮੰਤਰੀ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ ਆਰਐਸਐਸ ਦੇ ਮੈਂਬਰ ਹੈ ਜਾਂ ਨਹੀਂ ਹੈ। ਮੈਂ ਅੱਜ ਦੇ ਕਸ਼ਮੀਰ ਬਾਰੇ ਗੱਲ ਕਰਨ ਜ਼ਿਆਦਾ ਇੰਟਰਸਟਿਡ ਹਾਂ। ਸਰਕਾਰ ਇਹ ਕਹਿਣਾ ਚਾਹ ਰਹੀ ਹੈ ਕਿਉਂਕਿ ਇੱਕ ਬਿਆਨੀਆ ਦੁਨੀਆ ਨੂੰ ਵੇਚਿਆ ਗਿਆ, ਸੋ ਕਾਲਡ ਲੋਕ ਕਹਿੰਦੇ ਨੇ ਜੀ ਹਿਊਮਨ ਰਾਈਟਸ ਐਕਟਿਵਿਸਟ, ਤੇ ਜਿਨ੍ਹਾਂ ਬਾਰੇ ਇਹ ਕਹਿ ਰਹੇ ਨੇ ਕਿ ਜਿਹੜੇ ਹਰ ਵੇਲੇ ਰੌਲਾ ਪਾਉਂਦੇ ਰਹਿੰਦੇ ਨੇ ਕਿ ਡੈਮੋਕ੍ਰੇਸੀ ਨੂੰ ਕੋਈ ਨਾ ਕੋਈ ਖਤਰਾ ਹੀ ਆਇਆ ਰਹਿੰਦਾ 24 ਘੰਟੇ। ਵੈਸੇ ਮੈਨੂੰ ਗੱਲ ਯਾਦ ਆ ਰਹੀ ਹੈ, ਮਾਸਟਰ ਤਾਰਾ ਸਿੰਘ ਜੀ ਨੂੰ ਕਿਸੇ ਨੇ ਪੁੱਛ ਲਿਆ ਸੀਗਾ ਕਿ ਨਿੱਤ ਦਿਹਾੜੇ ਤੁਹਾਡਾ ਇੱਕ ਬਿਆਨ ਆ ਜਾਂਦਾ ਕਿ ਪੰਥ ਖਤਰੇ ਵਿੱਚ ਹੈ, ਇਹ ਪੰਥ ਕਦੀ ਖਤਰੇ 'ਚੋਂ ਬਾਹਰ ਨਿਕਲੇਗਾ ਜਾਂ ਨਹੀਂ। ਉਹਨਾਂ ਨੇ ਕਿਹਾ ਕਿ ਤੁਸੀਂ ਘਰ ਦਾ ਸੋਨਾ ਬਾਹਰ ਕੱਢ ਕੇ ਰੱਖਣਾ ਸ਼ੁਰੂ ਕਰ ਦਿੱਤਾ ਹੈ ਮੇਜ਼ ਤੇ, ਕਿ ਸੁਰੱਖਿਆ ਕਰਨੀ ਪੈਂਦੀ ਹੈ। ਜਿੰਨੀ ਦੇਰ ਤੱਕ ਕੀਮਤੀ ਹੈ, ਜਿੰਨੀ ਦੇਰ ਤੱਕ ਬੇਸ਼ਕੀਮਤੀ ਹੈ, ਖਤਰੇ ਵਿੱਚ ਹੀ ਰਹੇਗਾ। ਡੈਮੋਕ੍ਰੇਸੀ ਹੋਵੇ, सतर्कता बहुत जरूरी होती है, सच, बिल्कुल। ਇਹਦੇ ਤੇ ਖਤਰਾ ਹਮੇਸ਼ਾ ਰਹਿੰਦਾ ਹੈ। सीट बेल्ट बांधते हम गाड़ी चलाते समय बिल्कुल ये वही है। ਪਰ ਕਿਸ ਨਜ਼ਰੀਏ ਦੇ ਨਾਲ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਅੱਜ ਹਿੰਦੂ ਧਰਮ ਖਤਰੇ ਵਿੱਚ ਆ ਗਿਆ ਜਾਂ ਅੱਜ ਫਲਾਣਾ ਧਰਮ ਖਤਰੇ ਵਿੱਚ ਆ ਗਿਆ, ਉਹਦੇ ਪਿੱਛੇ ਜਿਹੜਾ ਬਿਆਨੀਆ ਹੁੰਦਾ, ਮੈਂ ਉਸ ਪ੍ਰਿਜ਼ਮ ਦੇ ਵਿੱਚੋਂ ਤੁਹਾਨੂੰ ਪੁੱਛਿਆ ਸੀ ਕਿ ਹੁਣ ਅਸੀਂ ਦੁਨੀਆ ਨੂੰ ਦੱਸਣਾ ਕਿ ਸਭ ਨਾਰਮਲ ਹੈ, ਇਸ ਕਰਕੇ ਪਤਾ ਨਹੀਂ ਕੌਣ, ਔਰ ਸੱਚਮੁੱਚ ਉਹਨਾਂ ਦਾ ਇਹੀ ਨਾਮ ਹੈ ਮਾਦੀ ਸ਼ਰਮਾ। ਵੈਸੇ ਨਾਮ ਹੈ, ਆਪਾਂ ਨਾਮ ਇਹੀ ਰੱਖ ਦਿੰਦੇ ਹਾਂ ਕਿਉਂਕਿ ਮੀਡੀਆ ਨੇ ਹੁਣ ਤੱਕ ਇਹੀ ਦੱਸਿਆ ਹੈ ਕਿ ਨਾਮ ਮਾਦੀ ਸ਼ਰਮਾ, ਬਾਕੀ ਪਤਾ ਨਹੀਂ ਕੌਣ ਹੈ। ਇਹ ਪਤਾ ਨਹੀਂ ਕੌਣ ਜਿਹੜੀ ਹੈ ਇਹ ਬੁਲਾ ਲੈਂਦੇ ਨੇ ਯੂਰਪ ਤੋਂ ਐਮਪੀਜ਼ ਨੂੰ, ਤੇ ਉਹ ਪੂਰਾ ਗੁੱਛਾ ਐਮਪੀਆਂ ਦਾ ਵੱਡਾ ਸਾਰਾ ਉਹ ਆ ਕੇ ਕਸ਼ਮੀਰ ਘੁੰਮ ਫਿਰ ਜਾਂਦਾ ਆਜ਼ਾਦੀ ਦੇ ਨਾਲ, ਜਿੱਥੇ ਮੇਰੇ ਮੈਂਬਰ ਪਾਰਲੀਮੈਂਟ ਨਹੀਂ ਜਾ ਰਹੇ। ਹੁਣ ਮੈਂ ਮੋਦੀ ਸਾਹਿਬ ਦਾ ਵੋਟਰ ਹਾਂ, ਮੈਂ ਮੋਦੀ ਸਾਹਿਬ ਨੂੰ ਇਸ ਲਈ ਤਾਂ ਵੋਟ ਨਹੀਂ ਪਾਉਂਦਾ ਨਾ ਕਿ ਭਾਈ ਦੂਜੇ ਕੰਟਰੀਆਂ ਦੇ ਐਮਪੀ ਆ ਕੇ ਘੁੰਮ ਜਾਣ, ਮੇਰਾ ਐਮਪੀ ਨਾ ਜਾ ਸਕੇ। आपका एमपी बदमाशी करेगा तो उसको रोका जाएगा। अच्छा, इसमें कोई शक नहीं। केड़े एमपी बदमाशी कर देने, इन्हां दी कोई लिस्ट जारी कर देनी चाहिए। जब आपके एमपी ने ये जाके बोला कि पहले अपनी मंशा प्रकट की कि मैं वहां जाके ये बोलूंगा लोगों से कि तुम्हारी आजादी खतरे में है, तो फिर जिस तरह का माहौल पिछले 3-4 महीने से था उसमें फिर सरकार कहती है कि इसको we are not stuck on this। राजीव लोचन जी, मैं गलत कह के जे मैनू लगे कि केरला ਦੇ ਵਿੱਚ ਮੈਨੂੰ ਜਾਪਦਾ ਹੈ ਲੋਕਾਂ ਦੀ ਆਜ਼ਾਦੀ ਖਤਰੇ ਵਿੱਚ ਹੈ, ਪੰਜਾਬ ਦੇ ਵਿੱਚ ਮੈਨੂੰ ਜਾਪਦਾ ਹੈ ਲੋਕਾਂ ਦੀ ਆਜ਼ਾਦੀ ਖਤਰੇ ਵਿੱਚ ਹੈ। ਸਰਕਾਰ ਮੇਰੇ ਬਾਰੇ ਕੁਝ ਵੀ ਸੋਚੇ, ਐਜ਼ ਲੌਂਗ ਐਜ਼ ਮੇਰਾ ਕੋਈ ਵਾਇਲੈਂਸ ਦਾ ਇਰਾਦਾ ਨਹੀਂ ਹੈ, ਕੁਝ ਨਹੀਂ ਹੈ, ਮੈਂ ਲੋਕਾਂ ਦਾ ਚੁਣਿਆ ਨੁਮਾਇੰਦਾ, ਮੈਨੂੰ ਲੱਗਦਾ ਮੈਨੂੰ ਆਪਣੀ ਗੱਲ ਕਹਿਣੀ ਚਾਹੀਦੀ ਹੈ ਕਿ ਇਹ ਕ੍ਰਾइम है कि ਇਹਦੇ ਲਈ ਤੁਸੀਂ ਮੇਰੇ फंडामेंटल राइट्स, एंड आई एम टॉकिंग फंडामेंटल राइट्स। सरकार भी यही कह रही है कि क्राइम नहीं है, हम आपको केवल रोक रहे हैं। और ये बात कि ये फंडामेंटल राइट है कि नहीं जाना या रुकना, वो कोर्ट में जाके तय हो जाता है, और कोर्ट ने 2 लोगों को तो परमिशन दे दी, सरकार ने उनको भी नहीं रोका, है ना। तो ये कहना कि कुछ किसी को भी कोई खतरा था, ऐसा नहीं है। पर ये जरूर है कि जिन लोगों ने ये अनाउंस करके गए कि हम वहां जाके बदमाशियां करेंगे, उनको रोक दिया गया। खालिद साहब कोई लिस्ट हैगी अभी किहड़े बदमाश ने ते किहड़े शरीफ ने कि ईवन जो लोग के लोचन साहब ਜਿਹੜੇ ਲੋਕ ਬੋਲ ਰਹੇ ਨੇ, ਜਿਹੜੇ ਸ਼ਾਇਦ ਸੰਬਿਤ ਪਾਤਰਾ ਜੀ ਆ ਜਾਂਦੇ ਤਾਂ ਬੋਲਦੇ ਜੀ, ਜਿਹੜੇ ਲੋਕ ਲੈ ਕੇ ਵੀ ਗਏ, ਜਿਹੜੇ ਲੋਕਾਂ ਨੂੰ ਲੈ ਕੇ ਵੀ ਗਏ, ਉਹਨਾਂ ਵਿੱਚੋਂ ਵੀ ਕਈ ਨੂੰ ਡਿਨਾਈ ਕਰਤਾ ਕਿ ਨਹੀਂ ਤੁਸੀਂ ਨਹੀਂ ਜਾ ਸਕਦੇ, ਮੈਨੂੰ ਲੱਗਦਾ ਤੁਹਾਡੇ ਕੋਲੋਂ ਬਦਮਾਸ਼ੀ ਹੋ ਸਕਦੀ ਹੈ। ਬਾਕੀ ਨਾਇਬ ਸੀਗੇ, ਉਹਨਾਂ ਨੂੰ ਕਹਿੰਦਾ ਤੁਸੀਂ ਜਾ ਕੇ ਉੱਥੇ ਸ਼ਿਕਾਰਿਆਂ ਦੇ ਝੂਟੇ ਲਵੋ ਡਲ ਲੇਕ ਦੇ ਵਿੱਚ। ਸਵਾਲ ਇਹ ਹੈਗਾ ਕਿ ਹੂ ਇਜ਼ ਦ ਗਵਰਨਮੈਂਟ ਟੂ ਡਿਸਾਈਡ ਕਿ ਬਦਮਾਸ਼ੀ ਕੌਣ ਕਰੇਗਾ ਜਾਂ ਨਹੀਂ ਕਰੇਗਾ। ਸਰਕਾਰ ਕੌਣ ਹੁੰਦੀ ਹੈ? ਉਹ ਸਰਕਾਰ ਕਿਹਨੇ ਚੁਣੇ ਹੋਇਆ, ਅਸੀਂ ਹੀ ਤਾਂ ਡਿਸਾਈਡ ਕਰਨਾ। ਤੁਸੀਂ ਇੱਕ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਰਹਿ ਰਹੇ ਹੋ ਜਿੱਥੇ ਤੁਹਾਡੇ ਫੰਡਾਮੈਂਟਲ ਰਾਈਟਸ ਹੈ, ਤੁਹਾਨੂੰ ਬੋਲਣ ਦੀ ਪੂਰੀ ਆਜ਼ਾਦੀ ਹੈ, ਤਾਂ ਸਰਕਾਰ ਕੋਲ ਕਿਹੜਾ ਪੈਮਾਨਾ ਹੈ ਇਹ ਦੇਖਣ ਦਾ ਕਿ ਕੌਣ ਬਦਮਾਸ਼ੀ ਕਰੇਗਾ ਕੌਣ ਨਹੀਂ ਕਰੇਗਾ, ਨੰਬਰ 1। ਦੂਸਰੀ ਗੱਲ ਇਹ ਹੈਗੀ ਹੈ ਸਰਕਾਰ ਕੋਲ, ਜਦ ਤੁਸੀਂ ਕਹਿਤਾ ਜੀ ਕਿ J&K ਜਿਹੜਾ ਹੈਗਾ ਉਹ ਹੁਣ ਪੂਰਾ ਇੰਟੀਗ੍ਰੇਟ ਹੋ ਗਿਆ, ਫਿਰ ਤੁਸੀਂ ਰੋਕ ਕਿਉਂ ਰਹੇ ਹੋ? ਇੰਟੀਗ੍ਰੇਟ ਤਾਂ ਪੂਰੀ ਤਰ੍ਹਾਂ ਹੋ ਚੁੱਕਿਆ, ਔਰ ਉਹ ਕਹਿੰਦੇ ਜੀ ਬਿਨਾਂ ਗੋਲੀਆਂ ਤੋਂ ਅਸੀਂ ਬਿਨਾਂ ਕਿਸੇ ਵਾਇਲੈਂਸ ਤੋਂ ਇੰਟੀਗ੍ਰੇਟ ਕਰ ਰਹੇ। ਅੱਛਾ, ਇੱਕ ਗੋਲੀ ਨਹੀਂ ਚਲਾਈ, ਤੁਸੀਂ ਇੰਟੀਗ੍ਰੇਟ ਕਰ ਲਿਆ, ਉਸ ਤੋਂ ਬਾਅਦ ਇੰਟੀਗ੍ਰੇਸ਼ਨ ਦੇ ਬਾਅਦ ਵੀ ਤੁਹਾਨੂੰ ਖਦਸ਼ੇ ਆ। ਉਹ ਖਦਸ਼ੇ ਕਿਸ ਚੀਜ਼ ਦੇ ਆ? ਜਦ ਤੁਹਾਨੂੰ ਫੰਡਾਮੈਂਟਲ ਰਾਈਟ ਸਾਰੇ ਉੱਥੇ ਲਾਗੂ ਹੋ ਗਏ, ਸਾਰਾ ਸੰਵਿਧਾਨ ਉੱਥੇ ਲਾਗੂ ਹੋ ਗਿਆ, ਤੇ ਗੱਲ ਕਰਦੇ ਆ ਕਿਉਂ ਤੁਸੀਂ ਮਤਲਬ ਫਿਰ ਦੁਬਾਰਾ ਕਹਿ ਰਹੇ ਹੋ ਲੋਕਾਂ ਨੂੰ? ਤੁਸੀਂ ਗੱਲ ਕਰ ਰਹੇ ਹੋ ਕਿ ਕੁਝ ਲੋਕ ਬਦਮਾਸ਼ੀ ਕਰਦੇ ਨੇ, ਕੁਝ ਮੇਰੇ ਐਮਪੀ ਜਾ ਕੇ ਬਦਮਾਸ਼ੀ ਕਰ ਸਕਦੇ ਨੇ, ਸਰਕਾਰ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ, ਇਸ ਲਈ ਕੋਈ ਐਮਪੀ ਨਹੀਂ ਜਾ ਪਾ ਰਿਹਾ, ਦੇਸ਼ ਦੀ ਆਪੋਜੀਸ਼ਨ ਦਾ ਲੀਡਰ ਨਹੀਂ ਜਾ ਪਾ ਰਿਹਾ। ਰਾਜ ਸਭਾ 'ਚ ਦੇਸ਼ ਦੀ ਆਪੋਜੀਸ਼ਨ ਦਾ ਲੀਡਰ ਗੁਲਾਮ ਨਬੀ ਆਜ਼ਾਦ 3-3 ਵਾਰੀ ਜਾਂਦਾ ਹੈ ਤੇ ਉਹਨੂੰ ਉੱਥੋਂ ਵਾਪਸ ਭੇਜ ਦਿੱਤਾ ਜਾਂਦਾ ਹੈ।
ਤੇ ਇਹ ਸਾਰਾ ਕੁਝ ਅਸੀਂ ਗੁਰੂ ਨਾਨਕ ਦੀ ਸੋਚ ਦੇ ਪੈਰਾਡਾਈਮ ਵਿੱਚ सीताराम ਡਿਸਕਸ चला ਕਰਨਾ, ਉਹਨਾਂ गया ਲਿੰਕਸ था, ਦੀ ਵੀ ਗੱਲ सीताराम ਕਰਨਾ। आराम से गया था, सीताराम आराम से नहीं वापस गए भी आए तो थे, आराम नाल सीताराम नहीं गए सी, सुप्रीम कोर्ट ने नहीं, ਇਹ ਉਹਦੇ ਕਹਿ ਕੇ ਗਿਆ ਵਾਸਤੇ ਸੀ ਵੀ ਕਿ ਜਾ ਕੇ ਗੱਲ ਕਰਿਓ, ਮੂੰਹ ਨਾ ਖੋਲਣਾ, ਰਾਜਨੀਤੀ ਬਾਰੇ ਗੱਲ ਨਾ करना। हाँ, पर देखो नहीं, हमें ये तो ध्यान नहीं, रखना नहीं, पड़ेगा रुकना ना। पै रहा है। देखो एक मिनट, देखो ऐसा हमें है, ये ध्यान रखना पड़ेगा कि यदि लोगों सर के बीच में मतभेद है, संबित पात्रा का नाम लिया जो मुझ तो वही सवाल है, मैं थोड़ा यदि लोगों के बीच में मतभेद होगा तो कोर्ट ही तो तय करेगा ना कि इस मतभेद को कैसे रिजॉल्व किया जाए। मतभेद जो है, अगर मतभेद है, सरकार कौन होती है? ਕੋਰਟਸ ਬਾਰੇ ਵੀ ਹੁਣ ਬਹੁਤ ਕੁਝ ਕਿਹਾ ਜਾ ਰਿਹਾ ਕਿ ਡੈਮੋਕ੍ਰੇਸੀ ਦੇ ਰੱਖਿਅਕ ਦੇ ਤੌਰ ਦੇ ਉੱਤੇ ਕੋਰਟਸ ਆਪਣਾ ਕਿਸ ਕਿਸਮ ਦਾ ਰੋਲ ਨਿਭਾ ਰਹੇ ਨੇ ਤੇ ਭਵਿੱਖ ਇਹਨਾਂ ਕੋਰਟਸ ਦਾ ਵੀ ਬਕਾਇਦਾ ਮੁਲਾਂਕਣ ਕਰੇਗਾ। ਵੀਲ ਟਾਕ ਅਬਾਊਟ ਦਿਸ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਕਿ ਕਸ਼ਮੀਰ ਜਿਹੜਾ ਹੁਣ ਆਮ ਵਾਂਗ ਹੋ ਗਿਆ ਹੈ, ਸਰਕਾਰ ਦੇ ਕਹਿਣ ਅਨੁਸਾਰ ਸਭ ਠੀਕ ਹੋ ਗਿਆ ਹੈ, ਦੇਸ਼ ਨਾਲ ਜੁੜ ਗਿਆ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਬਣ ਗਿਆ ਹੈ। ਯੂਰਪ ਤੋਂ ਲੋਕ ਆ ਕੇ ਕਸ਼ਮੀਰ ਵਿੱਚ ਘੁੰਮ ਰਹੇ ਨੇ, ਉੱਥੇ ਡਲ ਲੇਕ ਦੇ ਵਿੱਚ ਕਿਸ਼ਤੀਆਂ ਵਿੱਚ ਜਾ ਰਹੇ ਨੇ, ਬਹੁਤ ਸੁੰਦਰ ਫੋਟੋਗ੍ਰਾਫਸ ਅਖਬਾਰਾਂ ਵਿੱਚ ਛਪੀਆਂ ਨੇ, ਪ੍ਰਧਾਨ ਮੰਤਰੀ ਵਗੈਰਾ ਨੂੰ ਮਿਲ ਰਹੇ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਦੁਨੀਆ ਨੂੰ, ਪ੍ਰਧਾਨ ਮੰਤਰੀ ਜੀ ਨੇ, ਅਮਿਤ ਸ਼ਾਹ ਜੀ ਨੇ ਵੀ ਕਿਹਾ ਕਿ ਹੁਣ ਦੁਨੀਆ ਨੂੰ ਬਿਹਤਰ ਸਮਝ ਆ ਜਾਵੇਗਾ ਕਿ ਕਸ਼ਮੀਰ ਸਭ ਠੀਕ ਠਾਕ ਹੋ ਗਿਆ ਹੈ। ਇਹ ਚੰਗੀ ਖਬਰ ਹੈ, ਬੜੀ ਖੁਸ਼ਾਇਨ ਖਬਰ ਹੈ, ਕਿਉਂਕਿ ਗੁਰੂ ਨਾਨਕ ਦੀ ਸਿੱਖਿਆਵਾਂ ਦੇ ਚਰਚੇ ਅੱਜ ਘਰ ਘਰ ਹੋ ਰਹੇ ਨੇ। ਉਸੇ ਪ੍ਰਿਜ਼ਮ ਦੇ ਵਿੱਚ ਡਿਸਕਸ ਕਰ ਰਹੇ ਹਾਂ ਕਿ ਉਹਨਾਂ ਬਾਰੇ ਵੀ ਪੁੱਛ ਲਈਏ ਜਿਨ੍ਹਾਂ ਬਾਰੇ ਸਵਾਲ ਨੇ ਕਿ ਅਜੇ ਉਹ ਘਰਾਂ ਵਿੱਚ ਬੰਦ ਨੇ, ਮਹੀਨਿਆਂ ਤੋਂ ਬੋਲ ਨਹੀਂ ਪਾ ਰਹੇ, ਜ਼ੁਬਾਨਾਂ ਤੇ ਤਾਲੇ ਲੱਗੇ ਨੇ, ਬਾਹਰ ਗੱਲ ਨਹੀਂ ਆ ਰਹੀ, ਕਿ ਉਹ ਵੀ ਸਾਡੇ ਵਾਂਗ ਹੀ ਆਜ਼ਾਦ ਨੇ। ਖਾਲਿਦ ਸਾਹਿਬ, ਮੈਂ ਕਿਹਾ ਜੀ ਆਜ਼ਾਦ ਸਵਾਲ ਤੇ ਪੁੱਛਣ ਦੀ ਲੋੜ ਨਹੀਂ, ਸਵਾਲ ਸਾਰੇ ਆ ਗਏ। ਸਵਾਲ ਤੁਹਾਡੇ ਸਾਰੇ ਆ ਗਏ। ਦੇਖੋ ਗੱਲ ਇਹ ਹੈਗੀ ਹੈ, ਜਿਸ ਵੇਲੇ ਤੁਸੀਂ ਸੈਕਿੰਡ ਦੀ ਤਾਦਾਦ ਦੇ ਵਿੱਚ ਲੋਕਾਂ ਨੂੰ ਬੰਦੀ ਬਣਾ ਲਵੋ, ਈਵਨ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਫੜ ਲਓ, ਉਹਨਾਂ ਨੂੰ ਸਟੇਟ ਦੇ ਵਿੱਚੋਂ ਬਾਹਰ ਪੂਰੇ ਦੇਸ਼ ਦੀਆਂ ਜੇਲ੍ਹਾਂ ਦੇ ਵਿੱਚ ਧੱਕਦੇ ਹੋ ਔਰ ਉਹਨਾਂ ਨੂੰ ਮਿਲਣ ਦੀ ਕੋਈ ਇਜਾਜ਼ਤ ਨਾ ਹੋਵੇ ਔਰ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਅਗਰ ਆਰਟੀਕਲ 370 ਜਾਂ 35 ਬਾਰੇ ਗੱਲ ਕੀਤੀ ਹੈ ਤਾਂ ਫਿਰ ਤੁਸੀਂ ਦੇਖ ਲਿਓ, ਤਾਂ ਉਹ ਜਿਹੜਾ ਹੈਗਾ, ਕਿਆ ਤੁਸੀਂ ਇਹਨੂੰ ਨਾਰਮਲਸੀ ਕਹੋਗੇ? ਕਿਆ ਤੁਸੀਂ ਇਹਨੂੰ ਕਹੋਗੇ ਕਿ ਹਰ ਚੀਜ਼ ਜਿਹੜੀ ਹੈਗੀ ਹੈ ਹੰਕੀ ਡੋਰੀ ਹੈ, ਹਰ ਚੀਜ਼ ਠੀਕ ਠਾਕ ਹੋ ਗਈ ਹੈ? ਅਗਰ ਠੀਕ ਠਾਕ ਹੈ, ਜਿਹੜੇ ਐਮਪੀ ਆਏ ਸੀ ਉਹ ਕਿਹਦੇ ਰਿਪਰੈਜ਼ੈਂਟੇਟਿਵ ਸੀ? ਮੈਂ ਤੁਹਾਨੂੰ ਦੱਸਦਾ, ਉਹ ਕਿਸੇ ਦੇ ਰਿਪਰੈਜ਼ੈਂਟੇਟਿਵ ਨਹੀਂ ਸੀਗੇ, ਉਹ ਇੱਕ ਐਨਜੀਓ ਨੇ ਬੁਲਾਏ ਸੀਗੇ। ਉਹੀ ਐਨਜੀਓ ਹੈ ਜਿਨੇ ਕਿ ਪਹਿਲਾਂ ਵੀ ਮੋਦੀ ਸਾਹਿਬ ਨੂੰ ਕਈ ਜਗ੍ਹਾ ਤੇ ਪ੍ਰਾਈਜ਼ ਦਿਲਵਾਏ हैं या कुछ कीते हैं, सारा डाटा अवेलेबल। दैट डज नॉट डिस्क्वालीफाई द एनजीओ। देखो गल ये है, एनजीओ ਦਾ ਪਤਾ ਨਹੀਂ ਲੱਗ ਰਿਹਾ, एनजीओ ਜਿਹੜੀ ਹੈਗੀ ਹੈ, it does not disqualify the MPs either। देखो एनजीओ it does not disqualify the foreigners देखो मैं ਤੁਹਾਨੂੰ either। ਦੱਸਦਾ, ਇਹ ਸਭ ਨੂੰ ਮਤਲਬ ਸੀਤਾਰਾਮ ਯੇਚੁਰੀ, ਯਸ਼ਵੰਤ ਸਿਨਹਾ, ਫਾਰੂਕ ਅਬਦੁੱਲਾ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ, ਇਹ ਫਟਾਫਟ ਡਿਸਕੁਆਲੀਫਾਈ ਹੋ ਜਾਂਦੇ ਨੇ। ਤੁਸੀਂ ਨਹੀਂ ਤੁਸੀਂ ਮੇਰੀ ਗੱਲ ਸੁਣੋ ਕਿ ਜਿਹੜੇ ਬੰਦੇ ਉਥੋਂ ਆਏ ਹੈ ਐਮਪੀ ਦੇ ਵਿੱਚੋਂ, ਜਿਹੜੇ ਚੈਰੀ ਪਿਕਿੰਗ ਕਰਕੇ ਉਹ ਬੰਦੇ ਲਿਆਂਦੇ ਗਏ ਹੈ, ਚੁਣ ਕੇ ਕਿਹੜਾ ਸਾਨੂੰ ਫਿੱਟ ਆਏਗਾ, ਉਹਨਾਂ ਕਿਹੜਾ ਫਿੱਟ ਆਏਗਾ? ਨੰਬਰ 1। नंबर 2, ਤੁਸੀਂ अमेरिकन ਜਿਹੜੇ ਸੈਨੇਟਰ ये तो बहुत होशियारी से काम हुआ ना कि उन लोगों को चुनो जो आपके साथ खड़े होंगे। अमेरिकन टाइम ਤੁਸੀਂ ਇਸ ਹੋशियारी ਦੀ ਦਾਤ ਦੇਣੀ ਚਾਹੁੰਦੇ ਹੋ, ਪਲੀਜ਼ ਆਲ ਦਾ ਟਾਈਮ ਫॉर ਯੂ। ਅਮਰੀਕਨ ਜਿਹੜੇ ਹੈਗੇ ਆ ਸੈਨੇਟਰ ਜਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਮੈਂਬਰ ਆਉਣਾ ਚਾਹੁੰਦੇ ਸੀਗੇ, ਡਿਨਾਈ ਕਰ ਦਿੱਤਾ ਗਿਆ। ਕਿਉਂ ਡਿਨਾਈ ਕੀਤਾ ਗਿਆ? ਕਿਉਂ? ਤੁਸੀਂ ਜਿਹੜਾ ਹੈਗਾ ਨੰਬਰ 1, ਅਗਰ ਤੁਸੀਂ ਕਿਸੇ ਨੂੰ ਨਹੀਂ ਆਉਣ ਦੇਣਾ ਤਾਂ ਕਿਸੇ ਨੂੰ ਵੀ ਨਾ ਆਉਣ ਦਿਓ। ਅਗਰ ਤੁਸੀਂ ਆਉਣ ਦੇ ਰਹੇ ਹੋ, ਸਿਲੈਕਟਿਵਲੀ ਆਉਣ ਦੇ ਰਹੇ ਹੋ और इवन इंडियन पॉलिटिशियंस ਨੂੰ ਤੁਸੀਂ ਅਲਾਉ ਨਹੀਂ ਕਰ ਰਹੇ। आप लोग ना बहुत प्रोटेस्टेंट किस्म की पोजीशन ले रहे हो, ब्लैक एंड वाइट। ਮੇਰੀ ਪੋਜੀਸ਼ਨ ਕਲੀਅਰ ਕਰ ਦਿਓ, ਮੈਨੂੰ ਇਹ ਦੱਸੋ, ਇੱਕ ਪਾਸੇ ਸਰਕਾਰ, ਮੰਨ ਲਓ ਮੈਂ ਸੋਚਦਾ ਕਿ ਇਹ ਵੀ ਸਟੇਟ ਕਰਾਫਟ ਵੀ ਇੱਕ ਚੀਜ਼ ਹੁੰਦੀ ਹੈ, ਤੇ ਉਹ ਸਟੇਟ ਕਰਾਫਟ ਦੇ ਅੰਦਰ ਚੈਰੀ ਪਿਕ ਕਰਕੇ ਇਹ ਐਮਪੀ ਲਿਆਂਦੇ ਗਏ ਜਿਹੜੇ ਕੱਲੀ ਸਰਕਾਰ ਦੇ ਬਿਆਨੀਏ ਨੂੰ ਨਹੀਂ, ਹਿੰਦੁਸਤਾਨ ਦੇ ਇੱਕ ਲੰਬੇ ਸਮੇਂ ਤੋਂ ਇੱਕ ਬਿਆਨੀਆ ਦੁਨੀਆ ਨੂੰ ਅਸੀਂ ਪੇਸ਼ ਕੀਤਾ, ਉਹਨੂੰ ਉਹ ਬੋਲਸਟਰ ਕਰਨਗੇ ਜਾ ਕੇ ਦੁਨੀਆ ਦੇ ਵਿੱਚ ਕਿ ਜੀ ਠੀਕ ਹੈ। ਮੰਨ ਲਓ ਇਹ ਸਰਕਾਰ ਦੀ ਇਹੀ ਮੰਸ਼ਾ ਹੈ ਤੇ ਇਹ ਇਮਾਨਦਾਰੀ ਨਾਲ ਸਰਕਾਰ ਦੀ ਮੰਸ਼ਾ ਹੈ, ਕੋਈ ਮਾੜੀ ਗੱਲ ਵੀ ਨਹੀਂ। ਰਾਜ ਹਮੇਸ਼ਾ ਇਸ ਐਕਟ ਕਰਦਾ, ਸਟੇਟ ਇਸ ਐਕਟ ਕਰਦੀ ਹੈ। ਦੂਸਰੇ ਪਾਸੇ ਜਿਹੜੇ ਪੋਲੀਟੀਕਲ ਰਿਪਰੈਜ਼ੈਂਟੇਟਿਵ ਨੇ ਸਾਰੀ ਦੀ ਸਾਰੀ ਕਲਾਸ ਜੇਲ੍ਹ ਦੇ ਵਿੱਚ ਪਾ ਕੇ ਰੱਖੀ ਹੋਈ ਹੈ, ਤਾਂ ਫਿਰ ਉਹ ਇਸ ਨੂੰ ਕਿਵੇਂ ਹੈਲਪ ਕਰੇਗਾ? ਆਫਟਰ ਆਲ ਉਹ ਪੋਲੀਟੀਕਲ ਪ੍ਰੋਸੈਸ ਉੱਥੇ ਕਿਵੇਂ ਸ਼ੁਰੂ ਹੋਏਗਾ? ਜਿਹੜਾ ਉੱਥੇ ਵੈਕਿਊਮ ਹੈ, ਕੀ ਐਗਜ਼ੈਕਟਲੀ ਉਹੀ ਪ੍ਰੋਬਲਮ ਨਹੀਂ ਕ੍ਰੀਏਟ ਕਰੇਗਾ ਜਿਹੜਾ ਕੁਝ ਅਮਿਤ ਸ਼ਾਹ, ਮੋਦੀ ਜੀ ਜਾਂ बीजेपी ਇਹਦੇ ਨਾਲ ਅਚੀਵ ਕਰਨਾ ਚਾਹ ਰਹੇ ਨੇ, ਕਿ ਉਹੀ ਨਿਗੇਟ नहीं हो जाता? इसमें जो बात है ना वो ये है कि अमित शाह और मोदी कश्मीर का एडमिनिस्ट्रेशन नहीं चला रहे हैं। कश्मीर का एडमिनिस्ट्रेशन कश्मीर के ही लोग चला रहे हैं। एक बार फिर से कह कश्मीर के ही लोग कश्मीर का एडमिनिस्ट्रेशन चला रहे हैं। सुन के बहुत अच्छा लग रहा है। और चूंकि वो वहीं के लोग चला रहे हैं तो और वही पुलिस वाले भी उन्हीं के हैं, जो उनके टेरिटोरियल आर्मी के लोग हैं वो भी उन्हीं के हैं। अमित शाह जी ने नहीं कही। अब वो मैं कैसे बोलूं कि क्या बोले या क्या ना बोले? आपने मेरे से पूछा तो आप मेरा जवाब सुनना पड़ेगा ना। मोदी से पूछो तो मोदी अपना जवाब देगा। दोनों तो सुन लेगा जी सर। मेरा तो जवाब यही रहेगा कि कश्मीर में जो टेररिज्म के खिलाफ लड़ाई
चलती रही है वो भी अधिकांशतः कश्मीर पुलिस करती रही है, उसी तरह से जैसे कि पंजाब में भी टेररिज्म की लड़ाई पंजाब पुलिस करती है। करंट सिचुएशन तो सस्टेनेबल नहीं है ना, एंड आई रिकॉल करंट सिचुएशन एंजेला मार्केल ने की क्या, जर्मन चांसलर आई है Listen. तो उन्हें क्या जो आज और मोदी साहब ਨੂੰ ਮਿਲੀ ਹੈ ਤੇ ਮੋਦੀ ਸਾਹਿਬ ਨਾਲ ਮੁਲਾਕਾਤ ਹੋਈ ਹੈ, ਕੀ ਕਹਿੰਦੇ ਉਹਨੂੰ ਰਿਸਟ੍ਰਿਕਟਡ मीटिंग। बट करंट सिचुएशन तो कभी भी सस्टेनेबल नहीं होती है, किसी भी जिंदा कौम को लगातार अपनी पोजीशंस बदलनी पड़ेंगी, लगातार करंट अपनी सिचुएशन ਦਾ सिचुएशन लिटरल को मीनिंग एडजस्ट ਕਰਨਾ ਹੈ करना ਕਿ पड़ेगा। ਕੰਟੈਕਸਚੁਅਲ मीनिंग ਕਰਨਾ, ਜਿਹੜਾ ਕੰਟੈਕਸਟ ਹੈ ਜਿਸ ਪ੍ਰਸੰਗ ਦੇ ਵਿੱਚ ਉਹ ਕਹਿ ਰਹੇ ਨੇ ਉਹ ਕਸ਼ਮੀਰ ਬਾਰੇ ਗੱਲ ਕਰ ਰਹੇ ਨੇ, ਜਿਹਦੇ ਚ ਪੋਲੀਟੀਸ਼ੀਅਨ ਸਾਰੇ ਘਰਾਂ 'ਚ ਬੰਦ ਨੇ। ਜਿਹੜੇ ਯੂਰਪ ਤੋਂ ਐਮਪੀ ਆਏ ਸੀ ਉਹਨਾਂ ਨੇ ਵੀ ਕਿਹਾ ਹੈ कि हाँ, तो समझ ठीक नहीं है, आता जब- कि सानू अलाउ कर देता गया जब तो भी ਤੁਹਾਡੇ अपोजिशन लीडर नहीं आ सकते। कश्मीर में जो सरकार है जब भी उसको लगेगा कि इन लोगों को रिलैक्स करके बाहर लाया जा सकता है, मेरे ख्याल से वो कर लेंगे। यदि वो नहीं कर पाएंगे तो वो फेल हो जाएंगे। यदि वो नहीं कर पाए और उनका जो एडमिनिस्ट्रेशन था वो फेल हो जाता है, वो हमें मालूम चल जाएगा। मैं ये कह रहा हूं कि आज की तारीख में उसको इस तरह के जजमेंट्स डालना बेमानी चीज है। देखो ऐसा है, मैं बताता हूँ कि ਕਸ਼ਮੀਰ ਦੀ ਜਿਹੜੀ ਸਿਚੁਏਸ਼ਨ ਹੈਗੀ ਹੈ ਉਹ ਪਹਿਲਾਂ ਵੀ ਉਹੀ ਸੀਗੀ, ਅੱਜ ਵੀ ਉਹੀ ਥੀ। ਤੁਹਾਡੇ ਬਾਹਰਲੇ ਟਰੱਕ ਡਰਾਈਵਰ ਮਾਰੇ ਜਾ ਰਹੇ ਹਨ, ਤੁਹਾਡੇ ਬਾਹਰਲੇ ਵਰਕਰਸ ਮਾਰੇ ਜਾ ਰਹੇ ਹਨ, ਬਲਕਿ ਉੱਥੇ ਹੋਰ ਜ਼ਿਆਦਾ ਡਿਵੀਜ਼ਨ ਵੱਧ ਰਹੀ ਹੈ। ਉਹ ਬੰਦੇ ਜਿਹੜੇ ਇੰਡੀਅਨ ਉੱਥੇ ਕੰਮ ਕਰ ਰਹੇ ਸੀਗੇ ਉਹਨਾਂ ਦਾ ਜੀਣਾ ਹੋਰ ਜ਼ਿਆਦਾ ਹਰਾਮ ਹੋ ਗਿਆ, ਜਿਹਦੀ ਵਜ੍ਹਾ ਕਰਕੇ ਉਹਨਾਂ ਨੇ ਕਹਿਤਾ ਅਸੀਂ ਵਾਪਸ ਜਾ ਰਹੇ ਹਾਂ। ਲੋਕਾਂ ਨੇ ਬੁਲਾ ਲਿਆ। ਅਗਰ ਇਹ ਸਿਚੁਏਸ਼ਨ ਨਾਰਮਲ ਸਿਚੁਏਸ਼ਨ ਹੈ, ਅਗਰ ਇਹ ਸਿਚੁਏਸ਼ਨ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਦਾ ਪਾਰਟ ਹੈ, ਅਗਰ ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਉਹਦੇ ਵਿੱਚ ਲੋਕਾਂ ਦੀਆਂ ਸਿਵਲ ਲਿਬਰਟੀਜ਼ ਜਿਹੜੇ ਹੈਗੀਆਂ ਉਹ ਬਹਾਲ ਕਰਨ ਦੇ ਉਹਦੇ ਵਿੱਚ ਹੈ, ਮੈਂ ਤੁਹਾਨੂੰ ਇੱਕ ਗੱਲ ਕਹਾਂਗਾ ਕਿ ਤੁਹਾਨੂੰ ਜਾਂ ਕਿਸੇ ਨੂੰ ਵੀ ਬੰਦੇ ਨੂੰ ਉਹਦੇ ਹੱਥ ਪਿੱਛੇ ਬੰਨ੍ਹ ਦਿਓ, ਅੱਖਾਂ ਤੇ ਪੱਟੀ ਬੰਨ੍ਹ ਦਿਓ, ਥੱਪੜ ਮਾਰੀ ਚੱਲੋ ਔਰ ਕਹੋ ਤੇਰਾ ਬਹੁਤ ਭਲਾ ਕਰ ਰਿਹਾ ਮੈਂ। that is the situation which is happening in ਬਸ ਉਹ Kashmir ਥੱਪੜ at this ਨੂੰ moment. ਪੈਲਟ ਗਨ ਕਹਿਣ ਲੱਗੇ ਸੀ ਤੁਸੀਂ, ਮੈਨੂੰ ਲੱਗਦਾ ਗੱਲ ਤੇ ਇਹ ਹੈ। ਬਸ ਇਹ ਕਸ਼ਮੀਰ ਦੀ ਸਿਚੁਏਸ਼ਨ ਇੰਡੀਅਨ ਐਕਸਪ੍ਰੈਸ ਐਡੀਟੋਰੀਅਲ ਲਿਖ ਰਹੀ ਹੈ ਔਰ ਪਹਿਲੀ ਨਵੰਬਰ ਦਾ ਐਡੀਟੋਰੀਅਲ ਆ। ਉਹਨਾਂ ਨੇ ਕਿਹਾ ਕਿ ਇਸ ਜਿਹੜੀ ਗਰਾਊਂਡ ਰਿਐਲਿਟੀ ਹੈ ਨਾ, ਜ਼ਮੀਨੀ ਜਿਹੜੀ ਹਕੀਕਤ ਹੈ ਕਿ ਸਰਕਾਰ ਨੇ ਅਜੇ ਵਾਦੀ ਨੂੰ ਇਜਾਜ਼ਤ ਦੇਣੀ ਹੈ ਕਿ ਉਹ ਬੋਲੇ ਤੇ ਉਹਦੀ ਗੱਲ ਸੁਣੀ ਜਾਵੇ। ਉਹਨਾਂ ਫੈਸਲਿਆਂ ਬਾਰੇ ਜਿਹੜੇ ਵਾਦੀ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦੇ ਨੇ, ਇਹ ਅਜੇ ਨਹੀਂ ਹੋ ਰਿਹਾ। Express is saying no papering over the stark ground reality. Government is yet to allow the people of the valley to speak out and be heard about decisions that affect the valley to which is the fair most. enough. ਇਸੇ ਕੰਟੈਕਸਟ ਵਿੱਚ ਮੈਂ ਇਹ ਵੀ ਪੁੱਛ ਰਿਹਾ, ਅੱਜ ਜਿਸ ਵੇਲੇ ਅਸੀਂ ਚਾਰੋਂ ਪਾਸੇ ਗੁਰੂ ਨਾਨਕ ਦੀ ਗੱਲ ਹੋ ਰਹੀ ਹੈ, ਤੁਸੀਂ ਦੇਖੋ ਜਿਹੜੇ ਲੋਕ ਵੌਇਸਲੈਸ ਹੁੰਦੇ ਨੇ ਉਹਨਾਂ ਦੀ ਵॉइस दरवेश होता। अच्छा है, गुरु नानक की जो हम बात करते हैं बहुत बड़ी बात करते हैं। आपको ये भी ध्यान रखना चाहिए कि जो सिख धर्म था वो फाइनली इंस्टीट्यूशनलाइज और स्ट्रेंथन होता है जब गुरु गोबिंद सिंह और गुरु तेग बहादुर आते हैं। तो गुरु नानक जी के साथ ना गुरु गोबिंद सिंह और गुरु तेग बहादुर को भी हमें जोड़ना पड़ेगा और देखना पड़ेगा कि जब राज्य सत्ता काम करती है तो राज्य सत्ता का काम फिलोसफर के काम से बहुत फर्क होता है। कश्मीर में जो चीज हो रही है वो राज्य सत्ता का काम है, जो कश्मीर में सरकार का क्रिटिसिज्म हो रहा है वो फिलोसफर्स का काम है। मेरे चर्चा ਦਾ ਹਿੱਸਾ ਨਹੀਂ ਹੈਗਾ ਕੋਈ ਵੀ ਡਿਵੀਅਸ ਅਟੈਂਪਟ ਟੂ ਪਿਚ ਗੁਰੂਜ਼ ਅਗੇਂਸਟ ਵਨ ਅਨਦਰ, ਮਤਲਬ ਸਰਟਨਲੀ, ਪਰ ਇਹ ਜੇ ਤੁਸੀਂ ਕੋਈ ਉਹਨੂੰ ਕੰਪਲੀਮੈਂਟਰੀ ਤੌਰ ਤੇ ਦੇਖ ਰਹੇ ਹੋ ਤਾਂ ਅਲੱਗ ਗੱਲ ਹੈ। ਮੈਂ ਸਿਰਫ ਇਹ ਕਹਿ ਰਿਹਾ ਕਿ ਗੁਰੂ ਨਾਨਕ ਦੀਆਂ ਸਿੱਖਿਆਵਾਂ ਮੈਨੂੰ ਇਹ ਇਜਾਜ਼ਤ ਨਹੀਂ ਸੀ ਦੇ ਰਹੀਆਂ ਕਿ ਮੈਂ ਕਸ਼ਮੀਰ ਤੇ ਅੱਜ ਚਰਚਾ ਨਾ ਕਰਾਂ, ਤੇ ਮੈਨੂੰ ਲੱਗਦਾ ਵੀ ਇਹ ਗੁਰੂ ਨਾਨਕ ਦੀ ਹੀ ਗੱਲ ਹੋ ਰਹੀ ਹੈ ਜਿਹੜੀ ਅਸੀਂ ਕਸ਼ਮੀਰ ਬਾਰੇ ਕਰ ਰਹੇ ਹਾਂ। ਗੁਰੂ ਨਾਨਕ ਦੀ ਫਿਲਾਸਫੀ ਤੋਂ ਲਿਬਰਲ ਫਿਲਾਸਫੀ, वो मिलना चाहिए, बिल्कुल ठीक बात है। ਗੁਰੂ ਨਾਨਕ ਦੀ ਫਿਲਾਸਫੀ ਤੋਂ ਲਿਬਰਲ ਫਿਲਾਸਫੀ ਨਹੀਂ ਹੋ ਸਕਦੀ, ਕੋਈ ਨਹੀਂ ਹੋ ਸਕਦੀ ਨਾ, ਨਹੀਂ ਹੋ ਸਕਦੀ ਨਾ। ਤੇ ਸਾਰਾ ਦੇਸ਼ ਅੱਜ ਗੁਰੂ ਨਾਨਕ ਦੀ ਫਿਲਾਸਫੀ ਦੀ ਗੱਲ ਕਰ ਰਿਹਾ ਹੈ ਤੇ ਕਸ਼ਮੀਰ ਦੀ ਗੱਲ ਉਹਦੇ ਵਿੱਚ ਕਿੱਥੇ ਹੈ? ਉਸ ਲਿਬਰਲ ਫਿਲਾਸਫੀ ਜਿਹੜੀ ਹੈਗੀ ਹੈ ਉਹਦੀ ਪ੍ਰਦਰਸ਼ਨ ਹੀ ਕਸ਼ਮੀਰ ਦੇ ਵਿੱਚ ਕਰ ਰਹੇ ਆ ਇਹ ਸਾਰਾ ਕੁਝ ਕਰਕੇ। ਟੈਲ ਮੀ दैट लोचन साहब। हाँ, लिबरल फिलॉसफी तो लोगों को बहुत रिस्ट्रेन में रखती है। लिबरल फिलॉसफी ये नहीं कहती कि हर किसी को हर कुछ बोलने का मौका होगा। बिल्कुल है, लिबरल फिलॉसफी बिल्कुल है, बिल्कुल है। उनको बोलने का मौका होगा। I strongly disagree with this. I strongly agree with this. हाँ, but that's true। यानी लिबरल फिलॉसफी कि ਤੁਸੀਂ ਇਹ ਗੱਲ ਕਹੋ ਜਿਹੜੀ लिबरल फिलॉसफी, आप मुगालते में लिबरलिज्म ਜਿਹੜੀ ਹੈਗੀ ਹੈ लिबरल फिलॉसफी कहती है कि आप वो बात कर सकते हो जो कि लोगों की भलाई की बात होती है। मैंने कहा जी लिबरलिज्म इज डेडली अगेंस्ट ओवर फर्स्ट अमेंडमेंट को भी छोटा ना करो। लिबरल फिलॉसफी का फर्स्ट अमेंडमेंट तो भी बहुत आगे जाती है। ਸਾਡੇ ਕੋਲ ਤਾਂ ਫਰਸਟ ਅਮੈਂਡਮੈਂਟ ਵੀ ਨਹੀਂ ਹੈ ਜੀ। ਲਿਬਰਲਿਜ਼ਮ ਕੋਲ ਮਿਲਾ ਕੇ ਆਰਟੀਕਲ 19 ਹੈ ਸੰਵਿਧਾਨ ਦਾ। ਲਿਬਰਲ ਫਿਲਾਸਫੀ ਜਿਹੜੀ ਹੈਗੀ ਹੈ
ਉਹ ਇਹ ਨਹੀਂ ਕਹਿੰਦੀ ਹੈ ਕਿ ਉਹਦੇ ਕਿਸੇ ਤਰ੍ਹਾਂ ਦੀ ਰਿਸਟ੍ਰਿਕਸ਼ਨ ਲਾ ਦਿਓ। ਅਗਰ ਸਾਰੀ ਦੁਨੀਆ ਇੱਕ ਪਾਸੇ ਹੋਵੇ, ਇੱਕ ਬੰਦਾ ਇੱਕ ਪਾਸੇ ਹੋਵੇ, ਉਹਦੀ ਆਵਾਜ਼ ਵੀ ਸੁਣਨੀ ਪੈਗੀ। ये लिबरल फिलॉसफी नहीं है, ये लिबरल फिलॉसफी, ये टीनेज फिलॉसफी ये लिबरल फिलॉसफी, ਦੋਨਾਂ ਦੀ ਗੱਲ ਆ ਗਈ। ਤੁਹਾਨੂੰ ਲੱਗ ਰਿਹਾ ਤੁਸੀਂ ये ਜੁਵੇਨਾਈਲ juvenile ਕਹਿਣਾ ਚਾਹ ਰਹੇ ਹੋ philosophy ਕਿ ਤੁਸੀਂ ये लिबरल फिलॉसफी है। फ्रीडम ऑफ स्पीच ਦੀ ਆਜ਼ਾਦੀ ਜੁਵੇਨਾਈਲ ਫਿਲਾਸਫੀ ਹੈ ਜਾਂ ਕੋਰ ਹੈ, ਬੈਡਰੌਕ ਹੈ ਸਾਡੇ ਸੰਵਿਧਾਨ core ਦਾ, है। ਸਾਡੇ मूल्यों ਦਾ ਤੇ देखो ये कंट्रडिक्शन है। freedom of एक speech तरफ core आप कह रहे हो कि जुवेनाइल है, हाँ, एक तरफ फिर कहते हो core नहीं कोर है, है। फिर core नहीं अगर हो या सकता। तो कोर है लोचा या साहब, जुवेनाइल है, दो पोजीशन दोनों ना चीज- लो। दोनों अब पोजीशन आपको- अलग इन दो अलग है। पोजीशनें च बंदा आप गिर जाता देखो, है। अब आपको चंगे कदमे नहीं, की अब गिर आपको देंगे। यही मानना पड़ेगा कि इस तरह की सिचुएशन में 2 ही पोजीशन लेनी पड़ेगी और आपको मान के चलना पड़ेगा कि हर चीज में एक रिस्ट्रेंट होता है। ਹੋਨੈਸਟੀ ਨੋ ਸ਼ਿਫਟਿੰਗ ਗੀਅਰਸ ਜਿਹੜਾ ਹੁਣ ਨਵਾਂ ਪੋਲੀਟੀਕਲ ਆਲਟਰਨੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਇਹ ਦੇਖਿਆ ਜਿਸ ਵੇਲੇ ਇਹ ਐਮਪੀਜ਼ ਆਏ ਨੇ ਤਾਂ ਜਿਹੜੇ ਪੀਡੀਪੀ ਦੇ ਫਾਰਮਰ ਡਿਪਟੀ ਸੀਐਮ ਸੀਗੇ ਮੁਜ਼ੱਫਰ ਬੇਗ ਹਰੀ, ਉਹ ਵੀ ਉੱਥੇ ਸਨ, ਹੋਰ ਵੀ ਯੰਗ लेकिन उन्होंने ਕੱਢ ਦਿੱਤਾ ਹਾਂ ਉਹ ਉਹਨਾਂ ਪਰ ਐਕਸ਼ਨ ਲੈ ਚੁੱਕਿਆ ਉਹ ਆਲਰੇਡੀ। ਠੀਕ ਆ, ਉਹ ਪਾਰਟੀ ਦੀ PDP already ਪਾਰਟੀ ਦੀ action ਲੈ ਪੋਲੀਟੀਕਲ ਮਜਬੂਰੀ ਹੈ। ਅਲਤਾਫ ਬੁਖਾਰੀ ਉੱਥੇ ਸੀਗੇ, ਉਹ ਕਾਂਗਰਸ ਦੇ ਜਨਰਲ ਸਕੱਤਰ ਕੀ ਨਾ ਉਹਨਾਂ ਦਾ ਜਿਹੜੇ ਪੁਰਾਣੇ ਇਖਵਾਨ ਨਾਲ ਰਹੇ ਉਸਮਾਨ ਮਜੀਦ, ਕਿਸੇ ਟਾਈਮ ਦੇ ਉੱਥੇ ਉਹ ਇਖਵਾਨ ਵਗੈਰਾ ਦੇ ਵਿੱਚ ਦੇਖੇ ਜਾਂਦੇ ਸੀਗੇ, ਉਹ ਵੀ ਨਾਲ ਰਹੇ ਨੇ। ਇਖਵਾਨ ਵੀ ਉੱਥੇ ਹੁੰਦੇ ਸੀ, ਉਹ ਵੀ ਸਾਡੇ ਕੋਲ ਵੀ ਰਹੇ ਨੇ। ਕੀ ਕਹਿੰਦੇ ਸੀ ਉਹਨਾਂ ਨੂੰ ਇੱਥੇ ਸੀ ਕੈਟ, ਜਿਹੜੇ ਪੁਲਿਸ ਦੇ ਕੈਟ ਹੁੰਦੇ ਸੀ ਜੀ, ਇਹ ਕੰਮ ਉੱਥੇ ਉਹ ਕਰਦੇ ਸੀਗੇ। ਹੁਣ ਕੀ ਤੁਹਾਨੂੰ ਲੱਗਦਾ ਕਿ ਸੈਂਟਰ ਐਕਚੁਅਲੀ ਸਾਰੀ ਐਗਜ਼ਿਸਟਿੰਗ ਲੀਡਰਸ਼ਿਪ ਨੂੰ ਰਿਪਲੇਸ ਕਰਨਾ ਚਾਹ ਰਿਹਾ? ਇੱਕ ਨਵੀਂ ਲੀਡਰਸ਼ਿਪ ਜਾਂ ਉੱਥੇ ਤਿਆਰ ਕੀਤੀ ਜਾਵੇਗੀ ਜਾਂ ਭੇਜੀ ਜਾਵੇਗੀ? सेंटर ने एक नई सिचुएशन क्रिएट कर दी है। अब इस नई सिचुएशन में पुरानी लीडरशिप डोमिनेट करेगी कि नई आएगी, ये तो समय आके बताएगा। ਤੁਸੀਂ ਸੈਂਟਰ ਦੀਆਂ ਕੋਸ਼ਿਸ਼ਾਂ ਨੂੰ ਕਿਵੇਂ ਪੜ ਰਹੇ ਹੋ? सेंटर की ਜਿਹੜੀਆਂ कोशिशें बहुत ਕਿਹਨਾਂ ਲੋਕਾਂ ਨੂੰ amorphous ਬੁਲਾਇਆ है। ਗਿਆ, ਤੁਸੀਂ ਦੇਖੋ ਮੈਂ ਇਸ ਲਈ ਦੇਖ ਰਿਹਾ ਜਿਹੜੇ ਲੰਚ ਕੀਤੇ ਜਾ ਰਹੇ ਨੇ, ਜਿੱਦਾਂ ਐਨਐਸਏ ਅਜੀਤ ਦੋਵਾਲ ਵੀ ਸੀਗੇ, ਜਿਹੜੇ ਲੋਕ ਪ੍ਰਧਾਨ ਮੰਤਰੀ ਨੂੰ ਵੀ ਮਿਲੇ ਆ ਕੇ, ਉਹਦੇ 'ਚ ਉੱਥੋਂ ਦੇ ਪੋਲੀਟੀਸ਼ੀਅਨਸ ਨੇ, ਕੁਝ ਬਿਜ਼ਨਸਮੈਨ ਨੇ, ਜਰਨਲਿਸਟ ਨੇ, ਉਹ ਕੋ ਓਨਰ ਨੇ, ਉਹ ਕਿਹੜੀ ਜਿਹੜੀ ਫੁੱਟਬਾਲ ਟੀਮ ਹੈ ਰੀਅਲ ਕਸ਼ਮੀਰ ਫੁੱਟਬਾਲ ਕਲੱਬ ਹੈ, ਉਹਦੇ ਕੋ ਓਨਰ ਉਹਦੇ 'ਚ ਆਏ ਸੀ। ਇੱਕ ਉਹ ਪਬਲਿਸ਼ਰ ਨੇ ਜਿਹੜੇ ਰਾਈਜ਼ਿੰਗ ਕਸ਼ਮੀਰ ਦੇ, ਨਾਮ ਨਹੀਂ ਯਾਦ ਆ ਰਿਹਾ ਮੈਨੂੰ, ਅਯਾਜ਼ ਗਾਨੀਅਰੀ, ਉਹ ਉੱਥੇ ਆਏ ਸਨ। ਸੋ ਤੁਹਾਨੂੰ ਲੱਗਦਾ ਨਹੀਂ ਕਿ ਨਵੀਂ ਲੀਡਰਸ਼ਿਪ ਨੂੰ ਬਣਾਇਆ ਜਾ ਰਿਹਾ ਕਿ ਤੁਸੀਂ ਉਠੋ, ਕੁਝ ਜਿਹੜੀਆਂ ਇਲੈਕਸ਼ਨਾਂ ਕਰਵਾਈਆਂ ਗਈਆਂ ये लीडरशिप तभी सक्सेसफुल होगी जबकि लोग उनको मानेंगे। देखो, यदि ऐसा लोग है, उनको रिजेक्ट कर दुनिया देंगे, की अगले कुछ पहला भी election हुई है में ना, कुछ नहीं होगा। अमेरिका लीडरशिप बनाई नहीं जाती होती, वो निकल के आनी होती लीडरशिप है। बनाई नहीं जाती। ਉਹ ਅਮਰੀਕਾ ਦੇ ਲੀਡਰ ਲੱਭ ਕੇ ਜਹਾਜ਼ੇ 'ਚ ਬਿਠਾ ਕੇ ਤੇ ਅਫਗਾਨਿਸਤਾਨ 'ਚ ਭੇਜ ਦਿੰਦੇ ਨੇ, ਉਹ ਰਾਸ਼ਟਰਪਤੀ ਬਣ ਜਾਂਦਾ ਜਾ ਕੇ ਉੱਥੇ। ਲੀਡਰਸ਼ਿਪ ਇਵੋਲਵ ਹੁੰਦੀ ਹੈ, ਲੀਡਰਸ਼ਿਪ ਲੋਕਾਂ ਨਾਲ ਜੁੜਦੀ ਹੈ। ਜਦ ਤੱਕ ਤੁਸੀਂ ਲੋਕਾਂ ਦੇ ਪ੍ਰਤੀਨਿਧੀ ਜਿਹੜੇ, ਚਾਹੇ ਉਹ 5% ਵੋਟਾਂ ਲੈ ਕੇ ਐਮਪੀ ਬਣਿਆ, ਐਮਐਲਏ ਬਣਿਆ, ਚਾਹੇ ਉਹ ਲੋਕਾਂ ਦੇ ਕਿਸੇ ਤਰੀਕੇ ਦੇ ਨਾਲ ਇਲੈਕਟਿਡ ਰਿਪਰੈਜ਼ੈਂਟੇਟਿਵ ਹੈ, ਜਦ ਤੱਕ ਉਹਨਾਂ ਨੂੰ ਖੁੱਲੀ ਛੂਟ ਨਹੀਂ ਦੋਗੇ, ਸਾਨੂੰ ਨਹੀਂ ਪਤਾ ਲੱਗੇਗਾ ਕਿ ਜਨਤਾ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਨਾਲ ਹੈ ਜਾਂ ਉਹਨਾਂ ਦੇ ਨਾਲ। ਨਵੀਂ ਲੀਡਰਸ਼ਿਪ ਕ੍ਰੀਏਟ ਕਰਨ ਦੀਆਂ ਕੋਸ਼ਿਸ਼ਾਂ ਪੋਲੀਟੀਕਲ ਐਲੀਨੇਸ਼ਨ ਹੋਏਗੀ ਫਰਦਰ, ਕਿ ਨਵੀਂ ਲੀਡਰਸ਼ਿਪ ਕੰਸੋਲੀਡੇਟ ਕਰੇਗੀ ਤੇ ਪੋਲੀਟੀਕल स्पेस ਨੂੰ ਭरेगी? एट द मोमेंट हमारे देश में जो बाकी राज्यों का हमारा एक्सपीरियंस रहा है, उसमें तो यही लगेगा कि देयर विल बी सम काइंड ऑफ अ कंपटीशन। पुरानी लीडरशिप आसानी से हाथ नहीं छोड़ेगी और नई लीडरशिप को अपने आप को स्थापित करने के लिए वही सारे काम करने पड़ेंगे जो खालिद ने पॉइंट आउट किए। जनता से जुड़ना पड़ेगा, जनता के साथ मिलकर काम करना पड़ेगा, और यदि वो नहीं मिलकर काम करेंगे तो राहुल गांधी बेचारा नहीं जुड़ पाया कभी भी, तो वो साइड में रहता है। I don't know that. वो ਤੁਸੀਂ ਕਹਿ ਰਹੇ ਹੋ, ਮੈਨੂੰ ਨਹੀਂ ਪਤਾ। That's my judgment about Rahul Gandhi, na, कि he has not been able to connect with the people of India. मतलब ਉਹਦੀ ਪਾर्टी gave a run for money to Which is good now. BJP। तो होना चाहिए ना, ऐसा होना चाहिए। डेमोक्रेसी में यदि नहीं होगा तो कहाँ होगा, है ना? तो अच्छी चीज है। इट्स अ एमॉर्फस सिचुएशन अभी। ਇਹ ਅਜੇ ਪਤਾ ਨਹੀਂ ਕਿ शिवसेना ने अगला टेलीफोन किहਨੂੰ करना है, राहुल गांधी ਨੂੰ करना है या नहीं करना, तो कौन ਉਹਦੇ हो ਨਾਲ सकता है आदित्य बन जाए, क्योंकि यदि राहुल गांधी सपोर्ट में आ जाता है शिवसेना के, तो आदित्य बनेगा। ਲੈਟਸ ਨਾਟ ਜੰਪ। ਅਸੀਂ ਕਸ਼ਮੀਰ ਤੇ ਰਹੀਏ, ਗੁਰੂ ਨਾਨਕ ਦੀ ਫਿਲਾਸਫੀ ਤੇ ਰਹੀਏ, ਤੇ ਇਹ ਨਵਾਂ ਕਸ਼ਮੀਰ ਕਿਵੇਂ ਹੋਵੇਗਾ, ਤੇ ਜਿਹੜੀ ਗੁਰੂ ਨਾਨਕ ਦੀ ਸੋਚ ਹੈ, ਜਿਹੜੀ ਲਿਬਰਲ ਸੋਚ ਹੈ, ਜਿਹੜੀ ਸਾਡੇ ਦੇਸ਼ ਦੀ ਵੀ ਸੋਚ ਹੈ, ਅਸੀਂ ਇਹਦੇ 'ਚ ਬਹੁਤ ਪ੍ਰਾਈਡ ਲੈਂਦੇ ਰਹੇ ਹਾਂ, ਇਹ ਤੇ ਕਸ਼ਮੀਰ ਦੇ ਹਾਲਾਤ ਆਪਸ ਵਿੱਚ ਕਿਵੇਂ ਇੱਕ ਦੂਜੇ ਨਾਲ ਇੰਟਰਸੈਕਟ ਕਰਦੇ ਨੇ? ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਸ਼ਮੀਰ ਬਾਰੇ, ਚਰਚਾ ਕਰ ਰਹੇ ਹਾਂ ਗੁਰੂ ਦੀ ਚਾਰੇ ਪਾਸੇ ਜਿਹੜੀ ਗੱਲ ਹੋ ਰਹੀ ਆ ਉਸੇ ਪੈਰਾਡਾਈਮ ਦੇ ਵਿੱਚ ਕਸ਼ਮੀਰ ਨੂੰ ਪੜ੍ਹਨ ਦਾ ਯਤਨ ਕਰ ਰਹੇ ਹਾਂ। ਪ੍ਰੋਫੈਸਰ ਰਾਜੀਵ ਲੋਚਨ ਜੀ ਸਾਡੇ ਨਾਲ ਨੇ। ਪ੍ਰੋਫੈਸਰ ਰਾਜੀਵ ਲੋਚਨ ਜੀ, ਜਿਹੜੀਆਂ ਇਹ ਮੀਟਿੰਗਸ ਹੁੰਦੀਆਂ ਨੇ, ਪ੍ਰਧਾਨ ਮੰਤਰੀ ਜਦੋਂ ਲੋਕਾਂ ਨੂੰ ਮਿਲਦੇ ਨੇ, ਹੁਣ ਐਂਜਲਾ ਮਾਰਕਲ ਨੂੰ ਮਿਲੇ ਸੀ, ਇਹਦਾ ਨਾਮ ਉਹਨਾਂ ਨੇ ਰੱਖਿਆ ਸੀਗਾ ਰਿਸਟ੍ਰਿਕਟਿਡ ਮੀਟਿੰਗ। ਤੇ ਪ੍ਰਧਾਨ ਮੰਤਰੀ ਕਈ ਤਰੀਕਿਆਂ ਨਾਲ ਮਿਲਦੇ ਹੁੰਦੇ ਨੇ ਦੇਸ਼ਾਂ ਦੇ ਮੁਖੀ,
ਇਹ ਇੱਕ ਤਾਂ ਮੁਲਾਕਾਤ ਹੁੰਦੀ ਹੈ, ਇੱਕ ਫਾਰਮਲ ਮੁਲਾਕਾਤ ਹੁੰਦੀ ਹੈ, ਇੱਕ ਸਟੇਟ ਮੁਲਾਕਾਤ ਹੁੰਦੀ ਹੈ, ਇੱਕ ਰਿਸਟ੍ਰਿਕਟਡ ਮੁਲਾਕਾਤ ਹੁੰਦੀ ਹੈ, ਇੱਕ ਉਹ ਡ੍ਰੌਪ ਇਨ ਹੁੰਦੇ ਨੇ, ਇੱਕ 1 to 1 ਇੱਕ ਡ੍ਰੌਪ ਇਨ ਹੁੰਦੇ ਨੇ ਕਿ ਜੀ ਪ੍ਰਧਾਨ ਮੰਤਰੀ ਅਚਾਨਕ ਉਸ ਕਮਰੇ ਵਿੱਚ ਆ ਜਾਣਗੇ, ਇੱਕ ਪਾਸ ਬਾਈ ਹੁੰਦੇ ਨੇ, ਇੱਕ ਉਹ ਪੁੱਲ ਅਸਾਈਡ ਹੁੰਦੇ ਨੇ ਜਿਹਦੇ ਚ ਬੰਦੇ ਨੂੰ ਸਾਈਡ ਤੇ ਖਿੱਚ ਕੇ ਗੱਲ ਕਰ ਲਈਦੇ। ਪ੍ਰਧਾਨ ਮੰਤਰੀ ਇਸ ਵਾਰੀ ਬਾਹਰ ਗਏ ਸਨ ਤਾਂ ਉਹਨਾਂ ਨੇ ਪੁੱਲ ਅਸਾਈਡ ਮੀਟਿੰਗਾਂ ਵੀ ਬਹੁਤ ਕੀਤੀਆਂ, 8-9 ਮੀਟਿੰਗਾਂ ਉਹਨਾਂ ਦੀਆਂ ਪੁੱਲ ਅਸਾਈਡ ਰਹੀਆਂ ਨੇ। ਇਹ ਪਤਾ ਨਹੀਂ ਉਹਨਾਂ ਡ੍ਰੌਪ ਇਨ ਸੀ ਜਾਂ ਕਿਸ ਤਰ੍ਹਾਂ ਦੀ ਸੀ, ਪਰ ਰਿਸਟ੍ਰਿਕਟਡ ਮੀਟਿੰਗ ਇਹ ਸੀ ਜਿਹਦੇ ਚ NSA ਡੋਵਲ ਸੀ, S ਜयशंकर ਸੀ। ਤੇ ਜੇ ਉੱਥੇ ਐਂਜੇਲਾ ਮਾਰਕਲ ਉਹਨਾਂ ਨੂੰ ਕਹਿ ਰਹੇ ਨੇ ਕਿ ਜੋ ਕਸ਼ਮੀਰ ਅੱਜ ਹੈ ਨਹੀਂ ਚੱਲੇਗਾ, ਔਰ ਐਂਜੇਲਾ ਮਾਰਕਲ ਇੱਕ ਵੌਇਸ ਰੱਖਦੇ ਨੇ, ਇਹ ਵੌਇਸ ਹੈ ਜਿਹੜੀ ਕਾਊਂਟ ਕਰਦੀ ਹੈ। ਤੇ ਉਹਨਾਂ ਤੁਹਾਡੇ 23-27 ਉਹ ਜਿੰਨੇ ਵੀ MP ਸਨ ਯੂਰਪੀਅਨ ਪਾਰਲੀਮੈਂਟ ਦੇ, ਜਿਹੜੇ ਪਤਾ ਨਹੀਂ ਕੌਣ ਮਾਡੀ ਸ਼ਰਮਾ ਹੋਰੀ ਲੈ ਕੇ ਆਏ ਤੇ ਜਿਨ੍ਹਾਂ ਦੀਆਂ ਗੱਲਾਂ ਹੋ ਗਈਆਂ ਤੇ ਉਹਨਾਂ ਤੋਂ ਇਹ ਜ਼ਿਆਦਾ ਪ੍ਰਭਾਵ ਰੱਖਦੀ ਹੈ। दुनिया ਜਿਹੜਾ डिस्कोर्स कश्मीर बारे कर रही है, ਜਿਹੜੇ सवाल उठ रहे हैं, यूनाइटेड नेशंस ने फिर कंसर्न शो किया कश्मीर। दुनिया से हमारे बेसिकली मान्यता होती है कि अंग्रेज लोग और क्रिश्चियन लोग जो बातें You want to say that? तो हमें उससे थोड़ा सा हटके चलना पड़ेगा। हमें कहना पड़ेगा कि हमें तय करना पड़ेगा कि हमारे इंटरेस्ट का क्या है, भारत के इंटरेस्ट का क्या है। हमें तय करना पड़ेगा कि हमारे लोग क्या सोचते हैं, अमेरिका के लोग क्या सोचते हैं या ब्रिटेन के लोग क्या सोचते हैं। इसके आधार पे हम अगर ये बात है फिर उनको लाने की जरूरत ही क्या है? फिर क्या जरूरत है उनको लाने की? आप अपनी चीज आप उनको बुला रहे हो, उनके साथ फोटोज खिंचवा रहे हो, उनको स्पॉन्सर करके भेज रहे हो, तो फिर वो सारा खत्म हो गया। सवाल बिल्कुल पूछना चाहिए, ये सवाल तो देखो ऐसा है, सवाल आप सऊदी अरब जाते हो, आप यूनाइटेड नेशंस जनरल असेंबली में जाते हो, आप दूसरी जगह पे जाते हो, वहां पर बात ही ना करो। ये तो हमारा अपना मसला है, हम क्यों हर जगह जा रहे हैं? हम NSA को सऊदी अरब जा रहे हैं, हम वहां पर हिंट ड्रॉप कर रहे हैं कि पाकिस्तान को समझाओ, तो ये सब कुछ होना ही नहीं चाहिए। ड्रामेबाजी क्यों? राजीव लोचन जी ने पहला कहा कि मैं 2 स्टैंड ले लेना ਜਿਹੜੇ ਇੱਕ ਦੂਜੇ ਦੇ ਆਪੋਨੈਂਟਸ ਹੈ। ਮੈਨੂੰ ਵਿੱਚੋਂ ਲੱਗਦਾ ਇਹਨਾਂ ਤੇ 5-6 ਸਟੈਂਡ ਹੈਗੇ ਨੇ, ਅਲੱਗ-ਅਲੱਗ ਜਗ੍ਹਾ ਤੇ ਰੱਖ ਦਿੰਦੇ ਨੇ। ਨਹੀਂ ਤੁਸੀਂ ਦੇਖੋ ਨਾ, ਔਰ ਐਗਜ਼ੈਕਟਲੀ ਐਂਡ that is my question to you ਰਾਜੀਵ ਲੋਚਨ ਜੀ, ਕੀ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਐਕਚੁਅਲੀ ਇਹਨੂੰ ਐਜ਼ ਸਟੇਟ ਕਰਾਫਟ ਸਟ੍ਰੈਟਜੀ ਦੇ ਤੌਰ ਤੇ ਵੀ ਲੈ ਰਹੀ ਹੈ ਕਿ ਇਹ ਵੀ ਕਹੋ ਕਿ ਕਸ਼ਮੀਰ ਨਾਰਮਲ ਹੈ, ਇਹ ਵੀ ਕਹੋ ਕਿ ਕੋਈ ਉੱਥੇ ਜਾ ਨਹੀਂ ਸਕਦਾ, ਇਹ ਵੀ ਕਹੋ ਕਿ ਉੱਥੋਂ ਜਿਹੜੇ MP ਆਏ ਨੇ ਕੀ ਇਤਰਾਜ਼ ਹੈ, ਇਹ ਵੀ ਕਹੋ ਕਿ ਅਸੀਂ ਵੈਸਟਰਨ ਕੰਟਰੀਜ਼ ਦੀ ਅਪਰੂਵਲ ਜਾ ਕੇ ਕਿਉਂ ਲਈਏ, ਸਾਰੇ ਹੀ स्टैंड तुसी ले लो। इसमें अभी आप बीजेपी को क्रेडिट ना दें, क्योंकि बीजेपी ने पिछले 30-40 सालों में कभी भी कुछ ऐसा हमें डेमोन्स्ट्रेशन नहीं दिया कि वो इस तरह से काम कर पाते हैं, यानी उनमें कैपेसिटी है। कांग्रेस इस तरह की कैपेसिटी डेमोन्स्ट्रेट कर चुकी है कई बार। तो Some people think the other way around. तो फिलहाल कौन डिसीजंस ले रहा है, कैसे चल रहा है, ये तो हमें मालूम नहीं। सरफेस पे जो एविडेंस है उसके आधार पे तय करना बड़ा मुश्किल है। तो इन दी एंड हम बस यही कह सकते हैं कि हो सकता है जो देश के जो सरकार है इसने अपना विचार बदल दिया है, काम करने का तरीका बदल दिया है। बेहतर है, अच्छा है, देश की भलाई के लिए काम करते रहेंगे तो ठीक है। तो देश की भलाई नहीं करेंगे और लोगों को नहीं समझ में आएगा कि ये देश की भलाई कर रहे हैं, तो 5 साल में लोग इनको निकाल भी देंगे। उसमें क्या है, डेमोक्रेसी हमारे यहाँ। ਲੋਕ ਜਿਹੜੇ ਗੁਰੂ ਨਾਨਕ ਦੀਆਂ ਸਿੱਖਿਆਵਾਂ ਨਾਲ ਜੁੜੇ ਨੇ, ਉਹਨਾਂ ਦੀ ਇੱਛਾ ਹੈ ਕਿ ਉਹ ਆਪਣੀ ਇਬਾਦਤ ਉੱਥੇ ਜਾ ਕੇ ਕਰ ਸਕਣ, ਆਪਣਾ ਅਕੀਦਾ ਉੱਥੇ ਪੇਸ਼ ਕਰ ਸਕਣ। ਉਹਨਾਂ ਦੀਆਂ ਇੱਛਾਵਾਂ ਨੂੰ, ਅਰਦਾਸਾਂ ਨੂੰ ਬੂਰ ਪਿਆ ਲਾਂਘਾ ਕਰਤਾਰਪੁਰ ਨੂੰ ਬਣ ਰਿਹਾ। ਇਹ ਉਹ ਧਰਤੀ ਹੈ ਜਿਹੜੀ ਗੁਰੂ ਨਾਨਕ ਨੇ ਸਿੰਜੀ ਵਾਹੀ ਹੈ। ਗੁਰੂ ਉਹ ਜਿਹੜਾ ਮੁਸੀਬਤ ਵਿੱਚ ਪਿਆ ਲਈ ਕਿਤੇ ਖੜ ਜਾਂਦਾ ਹੈ, ਇਹ ਸੇਫ ਪਲੇ ਕਰਨ ਵਾਲਾ ਗੁਰੂ ਨਹੀਂ ਸੀਗਾ। ਇਹ ਤਾਂ ਮਤਲਬ ਇਸ ਤੋਂ ਜ਼ਿਆਦਾ ਰਿਸਕ ਲੈਣ ਵਾਲਾ ਕੌਣ ਧਰਤੀ ਤੇ ਦਿਖਾਈ ਦਿੰਦਾ ਜਿਹੜਾ ਬਾਬਰ ਨੂੰ ਜਾ ਕੇ ਚੈਲੰਜ ਕਰਦਾ। ਤੇ ਅੱਜ ਗੁਰੂ ਹੋਣ ਤਾਂ ਤੁਹਾਨੂੰ ਨਹੀਂ ਜਾਪਦਾ ਕਿ ਉਹ ਉਧਰ ਦੇ ਲਾਂਘਾ ਵੀ ਦੇਖਣਗੇ ਕਿ ਕਿਵੇਂ ਲੋਕ ਜਾ ਰਹੇ ਨੇ ਤੇ ਉਹ ਸਿੱਖਿਆ ਨਾਲ ਜੁੜ ਰਹੇ ਨੇ, ਤੇ ਇਧਰ ਦਾ ਲਾਂਘਾ ਵੀ ਦੇਖਣਗੇ ਕਿ ਸਭ ਨਾਰਮਲ ਹੋ ਗਿਆ ਤਾਂ ਵਹੀਰਾਂ ਕੱਟ ਕੇ ਚਲੇ ਜਾਓ ਤੇ ਦੇਖੋ ਤੇ ਜਾਣੋ ਆਪਣੇ ਕਸ਼ਮੀਰ ਨੂੰ, ਤੇ ਜਾਣੋ ਕਸ਼ਮੀਰੀ ਨੂੰ, ਤੇ ਕਸ਼ਮੀਰੀ ਦੀ ਆਵਾਜ਼ ਸੁਣੋ। ਤੇ ਜੇ ਸਰਕਾਰ ਕਹੇ ਕਿ ਆਵਾਜ਼ ਸੁਣਨ ਨਹੀਂ ਦੇਣੀ, ਜਾਣ ਨਹੀਂ ਦੇਣਾ, ਤਾਂ ਕੀ ਸਰਕਾਰ ਐਕਚੁਅਲੀ ਗੁਰੂ ਦੀ ਸਿੱਖਿਆ ਦੇ ਖਿਲਾਫ ਇੱਕ ਸਖਤ ਪੋਲੀਟੀਕਲ ਸਟੈਂਡ ਲਈ बैठी है? नहीं, सरकार की गल मैं पब्लिक डिस्कोर्स क्यों नहीं सुन? गुरु नानक की जो शिक्षा है वो स्टेट चलाने के काम आ नहीं सकती। उसमें स्टेट चलाने के लिए आपको गुरु तेग बहादुर और गुरु गोविंद सिंह की शिक्षा इस्तेमाल करनी पड़ेगी। I take serious objection to this, but you have the right to say this. लोग सुन रहे हैं थोड़ी बात। हाँ, तो गुरु नानक का स्टेट से कोई लेना देना नहीं है, गुरु नानक का समाज से लेना देना है, गुरु नानक का लोगों से लेना देना है। गुरु नानक कोई गुरु होन, कोई गुरु ग्रंथ ਸਾਹਿਬ ਹੋਵੇ, ਉਹਨਾਂ ਦੀਆਂ ਸਿੱਖਿਆਵਾਂ ਹਮੇਸ਼ਾ ਸਟੇਟ ਨੂੰ ਇਸ ਕਦਰ ਸ਼ਰਮਸਾਰ ਕਰਦੀਆਂ ਨੇ ਕਿ ਸਟੇਟ ਜਾਂ ਮੈਂ ਜਾਂ ਕੋਈ ਜਾਂ ਤੁਸੀਂ
ਹਮੇਸ਼ਾ ਆਪਣੇ ਆਪ ਨੂੰ ਹੋਰ ਪਰਪੱਕ ਕਰਦੇ ਰਹਿਣ ਕਿ ਅਸੀਂ ਉਸ ਸਿੱਖਿਆ ਦੇ ਨੇੜੇ ਤੱਕ ਨੂੰ ਕਿਵੇਂ ਪਹੁੰਚਣਾ। ਅੱਜ ਸਟੇਟ ਪਾਵਰ ਜਿਹੜੀ ਹੈ ਉਹ ਸਿੱਖਿਆ ਦੇ ਅਗੇਂਸਟ ਖੜੀ ਦਿਖਾਈ ਦੇ ਰਹੀ ਹੈ ਤੇ ਗੁਰੂ ਨਾਨਕ ਦੇ ਗੁਰਪੁਰਬ ਮਨਾਉਣ ਦੇ ਵਿੱਚ ਮੋਦੀ ਤੋਂ ਲੈ ਕੇ ਅਮਰਿੰਦਰ ਸਿੰਘ ਤੋਂ ਲੈ ਕੇ ਸਾਰੇ ਲੱਗੇ ਹੋਏ ਨੇ। अगर स्टेट कह रहा है कि हम सबकी भलाई चाहते हैं, हम सबकी भलाई के लिए काम कर रहे हैं। केड़ी स्टेट ने नहीं किया कि हम सबकी भलाई चाहते हैं? औरंगजेब भी सब दी भलाई चाहता कहंदा सी मुझे सबकी पता भलाई नहीं औरंगजेब चाहता था कि इंसान समझदा सी उन्हां दी भलाई चाहता सी, बाकी ते जजिया लांदा सी। जो वर्तमान सरकार है इसने कहीं भी ये नहीं दिखाया कि ये लोगों की बुराई कर रही है। इसने यही दिखाया है कि कश्मीर में जो हंगामा चल रहा था उसने उसको रोका। कश्मीर को जो जोड़ने के लिए एक अड़ंगा बना हुआ था 370 एक जो सिंबॉलिक साथ था उसको उसने खत्म किया। तो इससे बेहतर भलाई क्या हो सकती है? ये तो भलाई की बात है, तो इसको हमें अप्रिशिएट करना पड़ेगा। मैं दसदा कि हंगामा तो रुक गया। ਤੁਹਾਨੂੰ ਮੈਂ ਦੱਸਦਾ ਹੰਗਾਮਾ ਰੁਕ ਗਿਆ ਸਰ ਕਿ ਹੰਗਾਮਾ ਰੁਕ ਗਿਆ। हाँ, ਹੰਗਾਮਾ ਤਾਂ ਸ਼ੁਰੂ ਹੋਇਆ, ਤੁਸੀਂ ਰੁਕਣ ਦੀ ਗੱਲ ਕਰ ਰਹੇ ਹੋ। उसके ऊपर हम शर्त लगा सकते हैं। उसके ऊपर हम एक आइसक्रीम की शर्त लगा देते हैं कि अगले 6 महीने में देखें कि क्या परिस्थिति होती है। आज हम कश्मीर ਦੀ ਡਲ ਲੇਕ ਦੇ ਉੱਤੇ ਸ਼ਿਕਾਰਿਆਂ ਵਿੱਚ ਘੁੰਮਣ ਦਾ ਅਜੇ ਕਸ਼ਮੀਰ ਬਾਰੇ ਗੱਲ ਕਰਾਂਗੇ ਕਿਉਂਕਿ ਗੁਰੂ ਨਾਨਕ ਦੀ 550ਵੀਂ ਵਰ੍ਹੇਗੰਢ ਮਨਾ ਰਹੇ ਇਸ ਕਰਕੇ ਕਸ਼ਮੀਰ ਬਾਰੇ ਗੱਲ ਕਰਾਂਗੇ। ਮੈਂ ਦੱਸਦਾ ਪ੍ਰੈਡਿਕਸ਼ਨ ਕਰ ਰਹੇ ਹੋ ਜੋ ਦੇਖੋ, ਗਲਤ ਮੈਂ ਪ੍ਰੈਡਿਕਸ਼ਨ ਨਹੀਂ ਕਰ ਰਿਹਾ, ਮੈਂ ਕਿਹਾ ਕਸ਼ਮੀਰ ਬਾਰੇ ਗੱਲ ਕਰਾਂਗੇ। ਜਿਹੜੀ ਪ੍ਰੈਡਿਕਸ਼ਨ ਹੈ ਉਹਦੇ ਬਾਰੇ ਤੁਸੀਂ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਗਲਤ ਹੈ ਹੋਊਗੀ ਜਾਂ ਸਹੀ ਹੋਊਗੀ। ਔਰ ਤੁਸੀਂ ਨੈਸ਼ਨਲ ਲੈਵਲ ਦੇ ਟੀਵੀ ਤੇ ਜਿਹੜੀਆਂ ਹੈਗੀਆਂ ਉਹ ਆਈਸਕ੍ਰੀਮਾਂ ਦੀਆਂ ਸ਼ਰਤਾਂ ਲਾਉਣ ਵਾਸਤੇ ਨਹੀਂ ਬੈਠਦੇ ਬਲਕਿ ਇੱਕ ਸੀਰੀਅਸ ਡਿਸਕਸ਼ਨ ਵਾਸਤੇ ਬੈਠਦੇ हैं। ਉਹ ਸੀਰੀਅਸ डिस्कशन है। यदि आपके पास ओपिनियन है तो आपको अपना ओपिनियन साफ-साफ देना पड़ेगा ना। आप ओपिनियन इस आधार पे नहीं दे सकते कि मैं मान रहा हूं इसलिए बोल रहा हूं। सीरियस डिस्कशन है टॉपिक्स ਤੁਸੀਂ ਇਹਦੇ ਮਾਹਿਰ ਹੋ। ਉਹ ਸੀਰੀਅਸ ਡਿਸਕਸ਼ਨ ਹੈਗੀ ਹੈ। ਜੋ ਅੱਜ ਕਸ਼ਮੀਰ ਆ ਉਸ ਦੌਰਾਨ ਇਹ ਜਿਹੜੀਆਂ ਫੋਟੋਗ੍ਰਾਫਸ ਪੂਰੀ ਦੁਨੀਆ ਨੇ ਦੇਖੀਆਂ, ਕਸ਼ਮੀਰੀਆਂ ਨੇ ਦੇਖੀਆਂ, ਤੁਸੀਂ ਵੀ ਦੇਖੀਆਂ, ਤੁਹਾਡੇ ਘਰ ਸਵੇਰੇ ਅਖਬਾਰ ਆਈ ਕਿ ਡਲ ਲੇਕ ਤੇ ਯੂਰਪ ਦੇ ਐਮਪੀ ਆ ਕੇ ਘੁੰਮ ਰਹੇ ਨੇ। ਟੂਰਿਜ਼ਮ ਦੀ ਵਰਗੀ ਐਡ ਹੈ। ਮੈਨੂੰ ਮੰਨਣਾ ਹੀ ਚਾਹੀਦਾ, ਇਹਦਾ ਫਾਇਦਾ ਤਾਂ ਹੁੰਦਾ ਹੀ ਹੈ ਟੂਰਿਜ਼ਮ ਨੂੰ। ਤੇ ਜਾ ਸਕਦੇ ਹਾਂ ਅਸੀਂ, ਲੋਕ ਚਲੇ ਜਾਣ ਹੀਰਾਂ ਘੱਤ ਕੇ ਉੱਥੇ ਸਾਰੇ ਐਮਪੀ ਜਾ ਕੇ ਡਲ ਲੇਕ ਤੇ ਘੁੰਮ ਲੈਣ। ਕੀ ਇਤਰਾਜ਼ ਹੈ ਤੁਹਾਨੂੰ? इतराज नहीं, मुझे तो कोई एतराज नहीं। चले जाए, यदि उनको सरकार परमिट कर देती तो चले जाए। यदि उन्हें परमिशन नहीं मिलती, सरकार कौन है? ये बात जब हम कॉन्स्टिट्यूशन संविधान देखो अभी तो सरकार ने उन्हें रोका है ना। ज्यादा सी रूल ऑफ लॉ ਦੀ ਗੱਲ ਕਰਦੇ ਹਾਂ वो ज्यादा देखो जिस ਵੇਲੇ ਆਪਾਂ ਰੂਲ ਆਫ ਲॉ ਦੀ ਗੱਲ ਕਰਦੇ ਹਾਂ, ਜਿਸ ਵੇਲੇ ਆਪਾਂ ਇੱਕ ਮਿੰਟ, ਜਿਸ ਵੇਲੇ ਇਹਨੂੰ ਕਹਿੰਦੇ ਆ ਪੋਲੀਟੀਕਲ ਐਕਸਪੀਡੀਐਂਸੀ। ਗੱਲ ਇਹ ਹੈਗੀ ਹੈ ਵੀ ਜਿਸ ਵੇਲੇ ਤੁਸੀਂ ਕਨਸਟੀਟਿਊਸ਼ਨਲ ਸੁਪਰੀਮੇਸੀ ਦੀ ਗੱਲ ਕਰਦੇ ਹੋ, ਜਿਸ ਵੇਲੇ ਤੁਸੀਂ ਫੰਡਾਮੈਂਟਲ ਰਾਈਟਸ ਦੀ ਗੱਲ ਕਰਦੇ ਹੋ, ਤਾਂ ਕਿਆ ਜਿਹੜਾ ਹੈਗਾ ਇਹ ਜਾਇਜ਼ ਹੈ ਸਾਰਾ ਕੁਝ ਜੋ ਹੋ ਰਿਹਾ? ਕਿਆ ਤੁਸੀਂ ਇਹ ਚੀਜ਼ ਕਰ ਸਕਦੇ ਹੋ ਕਿ ਲੋਕਾਂ ਦੇ ਇਲੈਕਟਿਡ ਰਿਪਰੈਜ਼ੈਂਟ ਈਵਨ ਲੋਕਾਂ ਨੂੰ ਜਿਹੜਾ ਹੈਗਾ ਘਰਾਂ ਦੇ ਵਿੱਚ ਬੰਦ ਕਰਦੇ ਹੋ? क्या ਇਹ ਹੋ ਸਕਦਾ ਹੈ ਕਿ ਤੁਸੀਂ ਰਿਪਰੈਜ਼ੈਂਟੇਟਿਵ ਨੂੰ 3 ਮਹੀਨੇ ਤੱਕ ਬਿਲਕੁਲ ਬੋਲਣ ਹੀ ਨਾ ਦਿਓ, ਲੋਕਾਂ ਦੀ ਵੌਇਸ ਜਿਹੜੀ ਹੈਗੀ ਬਿਲਕੁਲ ਦਬਾ ਦਿਓ? ਕਿਆ ਇਹ ਸਾਰਾ ਕੁਝ ਸੰਵਿਧਾਨ ਦੇ ਮੁਤਾਬਕ ਹੋ ਰਿਹਾ? ਕਿਆ ਇਹ ਡੈਮੋਕ੍ਰੇਸੀ ਦੇ ਮੁਤਾਬਕ ਹੋ ਰਿਹਾ? ਖਾਲਿਦ ਸਾਹਿਬ, ਮੈਂ ਸੰਵਿਧਾਨ ਦੀ ਵੀ ਨਹੀਂ ਗੱਲ ਕਰ ਰਿਹਾ। ਠੀਕ ਹੈ, ਜੋ ਤੁਸੀਂ ਸਵਾਲ ਪੁੱਟ ਅਪ ਕੀਤਾ ਹੈ, ਫੰਡਾਮੈਂਟਲ ਰਾਈਟਸ ਦੀ ਗੱਲ ਕੀਤੀ ਹੈ, ਠੀਕ ਹੈ। ਮੈਂ ਤੇ ਕਹਿ ਰਿਹਾ ਕੇਂਦਰ ਸਰਕਾਰ, ਪੰਜਾਬ ਸਰਕਾਰ, ਹਰ ਸਰਕਾਰ ਗੁਰੂ ਨਾਨਕ ਦੀ 550ਵੀਂ ਵਰ੍ਹੇਗੰਢ ਮਨਾ ਰਹੀ ਹੈ, ਆਪਣੇ ਆਪ ਨੂੰ ਉਹਨਾਂ ਦੀਆਂ ਸਿੱਖਿਆਵਾਂ ਦੇ ਪ੍ਰਤੀ ਇੱਕ ਵਾਰੀ ਫਿਰ ਤੋਂ ਸਮਰਪਿਤ ਕਰ ਰਹੀ ਹੈ। ਇਸ ਪੈਰਾਡਾਈਮ ਦੇ ਵਿੱਚ ਕਸ਼ਮੀਰ ਬਾਰੇ ਕੀ ਗੱਲ ਕਰ ਰਹੀ ਹੈ, ਮੇਰੀ ਤੇ ਉਹਦੇ ਤੇ कश्मीर के लोगों की भलाई के लिए काम कर रही है। टोटल कॉन्ट्राडिक्शन। नहीं, यदि कश्मीर के लोगों की भलाई हो रही है तो इसमें कॉन्ट्राडिक्शन कहां से हुआ? कश्मीर के लोगों ने कहा है पॉजिटिव चीज हुई। कश्मीर के लोगों ने कहा है हमारी भलाई हो रही है। क्या कश्मीर के लोगों ने भलाई हो रही है हमारी भलाई? यानी ਉਹਨਾਂ ਦੀ ਆਵਾਜ਼ ਤਾਂ ਤੁਸੀਂ ਖਤਮ ਕਰਤੀ ਹੈ। ਹੋ ਸਕਦਾ ਹੈ, यानी who am I to say कि हो सकता है, यानी किसी ਹੋਰ ਦੀ ਆਵਾਜ਼ ਨਿਕਲੂਗੀ ਜਾਂ ਨਹੀਂ ਨਿਕਲੂਗੀ ਉਹ ਅੱਜ मैं डिसाइड कर रहे हैं कि निकलूगी या नहीं। जरूरी कि आज ही उनसे बोला जाए, मतलब आज बोलने की उनको कोई जरूरत नहीं है, 6 महीने बाद भी बोल सकते हैं। मैं एक गल कहां जी, पता नहीं कहानी तो सुनानी चाहिए कि नहीं, पर क्योंकि इतिहास है, कहानी तो की है। 20 ਮਾਰਚ ਤੇ ਸਨ 2000 ਦਾ ਦਿਨ ਸ਼ਾਮ ਨੂੰ ਤੇ ਤਿਆਰੀਆਂ ਪੂਰੀਆਂ ਸੀਗੀਆਂ ਜਿਵੇਂ ਅੱਜ ਕੱਲ੍ਹ ਹੋ ਰਹੀਆਂ ਨੇ। ਮੋਦੀ ਸਾਹਿਬ ਨੇ ਕਰਤਾਰਪੁਰ ਆਉਣਾ ਤੇ ਉਹ ਤੇ ਬਿਲ ਕਲਿੰਟਨ ਜੀ ਨੇ ਆਉਣਾ ਸੀ ਹਿੰਦੁਸਤਾਨ ਦੇ ਵਿੱਚ, ਤੇ ਇੱਕ ਸ਼ਾਮ ਪਹਿਲਾਂ ਮੁੰਡੇ ਗਏ 15-20 ਤੇ 36 ਸਿੰਘਪੁਰਾ ਦੇ ਵਿੱਚ ਉਹਨਾਂ ਨੇ 35 ਸਿੱਖਾਂ ਨੂੰ ਕਤਲ ਕਰ ਦਿੱਤਾ। ਇਮੀਡੀਏਟਲੀ ਅਮਰੀਕਾ ਨੇ ਕਿਲਿੰਗਸ ਨੂੰ ਕੰਡੈਮ ਕੀਤਾ, ਪਰ ਕਿਹਾ ਕਿ ਜਿਹੜਾ ਇਹ ਹਿੰਦ ਸਰਕਾਰ ਕਹਿ ਰਹੀ ਹੈ ਕਿ ਪਾਕਿਸਤਾਨ ਦੇ ਇਸਲਾਮਿਸਟ ਗਰੁੱਪਸ ਨੇ ਕੀਤੀਆਂ, ਇਹ ਅਸੀਂ ਨਹੀਂ ਮੰਨਦੇ, ਪਰ ਅਸੀਂ ਕਿਲਿੰਗਸ ਨੂੰ ਕੰਡੈਮ ਕਰਦੇ ਹਾਂ। ਕਿਲਿੰਗਸ ਦਾ ਇੱਕੋ ਇੱਕ ਸਰਵਾਈਵਰ ਸੀ ਨਾਨਕ ਸਿੰਘ, ਅੱਜ ਵੀ ਉਹਨਾਂ ਨੇ ਕਿਹਾ ਕਿ ਜਿਹਨਾਂ ਕਿਲਿੰਗਸ ਕਰ ਰਹੇ ਸੀ
ਉਹਨਾਂ ਦੇ ਨਾਮ ਉਹ ਇੱਕ ਦੂਜੇ ਨੂੰ ਇਹ ਕਹਿ ਰਹੇ ਸੀ ਤੇ ਜਾਂਦਿਆਂ ਜਾਂਦਿਆਂ ਜਿਹੜਾ ਨਾਰਾ ਅੱਜ ਕੱਲ੍ਹ ਲੋਕਾਂ ਨੂੰ ਰੋਕ ਕੇ ਕਿਹਾ ਜਾਂਦਾ ਵੀ ਲਾ ਕੇ ਦਿਖਾ ਨਾਰਾ, ਉਹ ਵਾਲੇ ਨਾਰੇ ਉਹ ਮਾਰ ਰਹੇ ਸੀ। ਉਹਨਾਂ ਦਾ ਬੇਟਾ, ਉਹਨਾਂ ਦਾ ਭਰਾ, 4 ਕਜ਼ਨ ਅੰਕਲ ਉਸ ਵਿੱਚ ਮਾਰੇ ਗਏ। 5 ਦਿਨ ਬਾਅਦ ਹਿੰਦੁਸਤਾਨ ਦੀ ਆਰਮੀ ਨੇ ਬੰਦੇ ਲੱਭ ਲਏ ਕਿ ਇਹ ਸਿੱਖ ਕਿਸ ਨੇ ਮਾਰੇ ਨੇ, ਤੇ 5 ਬੰਦੇ ਉਹਨਾਂ ਨੇ ਗੋਲੀ ਨਾਲ ਉਡਾ ਦਿੱਤੇ। ਉਹਨਾਂ ਨੇ ਕਿਹਾ ਫੋਰਨ ਟੈਰਰਿਸਟ ਸੀਗੇ ਸਾਰੇ। ਫੋਰਨ ਟੈਰਰਿਸਟ ਦਾ ਮਤਲਬ ਉਹਨਾਂ ਦਿਨਾਂ ਦੇ ਵਿੱਚ ਜਾਂ ਅਫਗਾਨ ਮੁਜਾਹਿਦੀਨ ਹੁੰਦਾ ਸੀ ਤੇ ਜਾਂ ਪਾਕਿਸਤਾਨ ਤੋਂ ਆਏ ਹੋਏ, ਤੇ ਉਹਨਾਂ ਨੂੰ ਬਿਨਾਂ ਪੋਸਟਮਾਰਟਮ ਤੋਂ ਦਬਾ ਦਿੱਤਾ ਗਿਆ। ਰੌਲਾ ਪੈ ਗਿਆ ਕਿ 5 ਮੁੰਡੇ ਜਿਹੜੇ ਗਵਾਚੇ ਨੇ ਇਹ ਕਿੱਥੋਂ ਨੇ। ਫਰੂਕ ਅਬਦੁੱਲਾ ਨੇ ਆਰਡਰ ਦਿੱਤਾ। ਅਪ੍ਰੈਲ ਦੇ ਵਿੱਚ ਉਹ ਬੋਡੀਜ਼ ਜ਼ਮੀਨ ਵਿੱਚੋਂ ਕੱਢੀਆਂ ਗਈਆਂ, DNA ਦੇ ਟੈਸਟ ਹੋਏ, ਪਤਾ ਲੱਗਾ ਕਿ ਸਾਰੇ ਦੇ ਸਾਰੇ ਜਿਹੜੇ ਵਿਕਟਮ ਸੀ ਇਹ 5 ਫੋਰਨ ਟੈਰਰਿਸਟ ਇਹ ਲੋਕਲ ਸਿਵਲੀਅਨ ਸਨ, ਬੇਕਸੂਰ ਸਨ। ਇਹਨਾਂ ਨੂੰ ਇੰਜ ਹੀ ਮਾਰ ਦਿੱਤਾ ਗਿਆ। ਮੈਡਲਿਨ ਐਲਬਰਾਈਟ ਨੇ ਕਿਤਾਬ ਲਿਖੀ, ਉਹ US ਸੈਕਟਰੀ ਆਫ ਸਟੇਟ ਸੀ। ਉਹਨੇ ਆਪਣੇ ਕਿਤਾਬ ਦੇ ਫਾਰਵਰਡ ਵਿੱਚ ਲਿਖਿਆ, ਉਹਦੀ ਕਿਤਾਬ ਹੈ ਦ ਮਾਈਟੀ ਐਂਡ ਦ ਐਲਮਾਈਟੀ। ਉਹਦੇ 'ਚ ਉਹਨੇ ਲਿਖਿਆ ਹੈ ਕਿ ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਉਸੇ ਵੇਲੇ ਕਹਿ ਦਿੱਤਾ ਸੀ ਕਿ ਇਹ ਕੰਮ ਕਿਹਨਾਂ ਲੋਕਾਂ ਦਾ ਹੈ, ਕਿ ਉਹਨਾਂ ਦਾ ਇਸ਼ਾਰਾ ਬਹੁਤ ਖਤਰਨਾਕ ਜਗ੍ਹਾ ਤੇ ਸੀ। ਮੈਂ TV ਤੇ ਕਹਿਣਾ ਵੀ ਨਹੀਂ ਚਾਹ ਰਿਹਾ। ਅੱਜ ਤੱਕ ਕਲਿੰਟਨ ਨੇ ਉਹਦੇ ਤੇ ਬਿਆਨ ਨਹੀਂ ਦਿੱਤਾ। ਸੁਣਿਆ, ਮੈਂ ਆਖਰੀ ਲਾਈਨ ਹੋਰ ਦੱਸ ਦਿੰਦਾ। ਉਹ ਜੀ ਇੱਕ ਫਿਰ ਹਾਫਿਜ਼ ਸਈਦ ਸਾਹਿਬ ਦਾ ਬੜਾ ਨਾਮ ਗੂੰਜਦਾ। ਇਹਨਾਂ ਦਾ ਸੀਗਾ ਨੈਵਿਊ ਮੁਹੰਮਦ ਸੁਹੈਲ ਮਲਿਕ। ਉਹਨੇ ਨਿਊਯਾਰਕ ਟਾਈਮਸ ਨੂੰ ਇੰਟਰਵਿਊ ਦਿੱਤੀ ਕਿ ਅਸਲ ਵਿੱਚ ਨਾ ਉਹਨਾਂ ਨੂੰ ਮਾਰਨ ਵਿੱਚ ਮੈਂ ਵੀ ਸੀਗਾ। ਨਿਊਯਾਰਕ ਟਾਈਮਸ ਨੇ ਲਿਖਿਆ ਕਿ ਇੰਟਰਵਿਊ ਉਹਨੇ ਆਜ਼ਾਦ ਤੌਰ ਤੇ ਨਹੀਂ ਦਿੱਤੀ, ਅਸੀਂ ਬੜੀ ਡਿਊਰੈਸ ਵਿੱਚ ਲਈ ਹੈ, ਸਾਨੂੰ ਬੜੇ ਸ਼ੱਕ ਨੇ। ਅੰਤ ਨੂੰ 10 ਅਗਸਤ ਤੇ ਸਨ 2011 ਨੂੰ ਦਿੱਲੀ ਦੀ ਹਾਈ ਕੋਰਟ ਨੇ ਕਿਹਾ ਕਿ ਸੁਹੈਲ ਮਲਿਕ ਬੇਦੋਸ਼ ਹੈ, ਬਾਇਜ਼ਤ ਬਰੀ ਕੀਤਾ ਜਾਂਦਾ ਹੈ। ਸੋ ਕਸ਼ਮੀਰ ਵਿੱਚ ਕਿੱਥੇ ਸੱਚ ਪਿਆ ਤੇ ਕਿੱਥੇ ਸੱਚ ਨਹੀਂ ਪਿਆ, ਕਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਨੇ, ਇਹ ਨਹੀਂ ਪਤਾ ਲੱਗਦਾ। ਤੁਸੀਂ ਇੱਥੇ ਬੈਠ ਕੇ ਅੱਜ ਲੋਚਨ ਸਾਹਿਬ ਅੰਦਾਜ਼ੇ ਲਾ ਰਹੇ ਹੋ ਕਿ ਇਹ ਉਹ MP ਨੇ, ਇਹਨਾਂ ਨੇ ਜਾ ਕੇ ਬਦਮਾਸ਼ੀਆਂ ਕਰਨੀਆਂ ਨੇ, ਇਹਨਾਂ ਨੂੰ ਰੋਕ ਦਿਓ। ਉਹ MP ਬੜੇ ਚੰਗੇ ਸੀ, ਉਹਨਾਂ ਨੂੰ ਬਾਹਰ ਲੈਣ ਦਾ ਬੜਾ ਚੰਗਾ ਸਟੇਟ ਕਰ ਰਹੀ ਹੈ, ਤੇ ਗੁਰੂ ਨਾਨਕ ਦੀ ਫਿਲਾਸਫੀ ਅਨੁਸਾਰ ਰਾਜ ਨਹੀਂ ਚੱਲਦੇ ਹੁੰਦੇ ਤੇ ਕਸ਼ਮੀਰ ਨਹੀਂ ਚੱਲਦਾ ਹੁੰਦਾ। ਇੱਦਾਂ ਤੁਸੀਂ ਗੁਰੂ ਨਾਨਕ ਦਾ ਗੁਰਪੁਰਬ ਮਨਾਓ, ਕਰਤਾਰਪੁਰ ਨੂੰ ਜਾਓ, ਇਮਰਾਨ ਖਾਨ ਨੂੰ 4 ਗਾਲਾਂ ਕੱਢੋ ਤੇ ਕਸ਼ਮੀਰ ਨਾਲ ਜੋ ਸਰਕਾਰ ਕਰ ਰਹੀ ਹੈ ਉਹਦੇ ਤੇ ਤਾੜੀਆਂ ਵਜਾਓ। सरकार सरकार जो कर रही है इसके लिए तालियां यदि आप बजाओगे तो छट्टी सिंहपुरा जैसे एपिसोड्स और होंगे। तालियां ना बजाओ, सरकार को क्रिटिसाइज करो, सरकार को कंडेम करो, सरकार जहां जहां गलत करती है उसके ऊपर नजर रखो, और जितना ज्यादा सरकार को क्रिटिसाइज कह देंगे आके कि डेमोक्रेसी साडी खतरे ਵਿੱਚ ਹੈ ਭਾਈ ਤੇ ਨਹੀਂ ਹੈਗੀ ਤੇ ਉਹਨਾਂ ਨੂੰ ਕਹਿ ਲੈਣ ਦਿਓ ਤੇ ਖੋਲ ਦੇਣਾ ਚਾਹੀਦਾ ਕਸ਼ਮੀਰ, ਖੋਲ ਦੇਣਾ ਚਾਹੀਦਾ। ਲੇਕਿਨ ਆਪਣੇ ਘਰ ਚ ਬੰਦ ਰਹੋ, ਘੱਟੋ ਘੱਟ। ਲੇਕਿਨ ਆਪਣੇ ਘਰ ਚ ਬੰਦ ਰਹੋ। ਗੁਰਪੁਰਬ ਮਨਾਉਣ ਦਾ ਇਸ ਤੋਂ ਵਧੀਆ ਤਰੀਕਾ ਕੋਈ ਨਹੀਂ ਸਰਕਾਰ ਕੋਲ, ਸਰਕਾਰ ਕਸ਼ਮੀਰ खोल ਜਿਹੜਾ ਤੁਸੀਂ सरकार को तय करने वाली चीज है, उसमें मैं कुछ नहीं बोल सकता। हाँ, क्योंकि गुरु नानक तय करता होता बहुत प्रॉब्लम क्रिएट कर देता। वहां पे देखो मैं जिसने तय करना वो तय करेगा ना, मैं क्यों तय करूं। स्टेट क्राफ्ट ਇਹਨੂੰ ਕਹਿੰਦੇ ਆ। ਇਹ ਦਿਸ ਇਜ਼ ਹਾਊ ਦਾ ਸਟੇਟ ਕਰਾਫਟ ਵਰਕਸ ਇਨ ਦਾ ਨੇਮ ਆਫ ਦਾ ਵੈਲਫੇਅਰ ਆਫ ਦਾ ਪੀਪਲ। ਮੈਨੂੰ ਲੱਗਦਾ ਹੈ ਜੀ ਮੈਂ ਲੋਕਾਂ ਦੇ ਵੈਲਫੇਅਰ ਕਰ ਰਿਹਾ, ਲੈ ਹੋਰ ਹੋ ਰਿਹਾ ਜੋ ਛੱਤੀਸਗੜ੍ਹਪੁਰਾ ਚ। मुश्किल वही है, पर सरकार को क्रिटिसाइज लगातार करते रहिए, उसमें हिचके ना। ਨਾਨਕ ਲੰਘ ਲਈ ਵੀ ਠੀਕ ਹੈ, ਮਨਾਉਣ ਲਈ ਵੀ ਠੀਕ ਹੈ, ਸੈਮੀਨਾਰਾਂ ਲਈ ਵੀ ਠੀਕ ਹੈ, ਤੇ ਉਹ ਮਾਨਤਾ ਪ੍ਰਾਪਤ 550 ਗੁਰੂ ਨਾਨਕ ਨਾਮ ਲੇਵਾ ਲੱਭਣੇ ਹੋਣ ਕਿਸੇ ਨਾ ਕਿਸੇ ਨੇ, ਤੇ ਇਹਨਾਂ ਕੰਮਾਂ ਲਈ ਵੀ ਠੀਕ ਹੈ। ਬਸ ਦਰਦ ਵਿੱਚ ਕਿਸੇ ਬੈਠੇ ਨੂੰ, ਪੀੜਾ ਵਿੱਚ ਕਿਸੇ ਬੈਠੇ ਨੂੰ ਗੁਰੂ ਨਾਨਕ ਦੀ ਕਿੱਥੇ ਕਿਵੇਂ ਲੋੜ ਪੈਂਦੀ ਹੈ, ਤੇ ਗੁਰੂ ਸਾਨੂੰ ਉਹਦੇ ਬਾਰੇ ਕੀ ਦੱਸਦਾ ਹੈ ਕਿ ਉਹਦੀ ਆਵਾਜ਼ ਸੁਣਨ ਲਈ ਕਿਸ ਕਿਸਮ ਦਾ ਤਰੱਦਦ ਕਰਨਾ ਹੈ, ਆਪਣੇ ਆਪ ਨਾਲ ਕਿਵੇਂ ਜੁੜਨਾ ਹੈ, ਪੀੜ ਨਾਲ ਕਿਵੇਂ ਜੁੜਨਾ, ਲੋਕਾਈ ਨਾਲ ਕਿਵੇਂ ਜੁੜਨਾ, ਖਲਕਤ ਨਾਲ ਕਿਵੇਂ ਜੁੜਨਾ ਹੈ। ਜੇ ਇਹਨਾਂ ਸਾਰੇ ਕਨੈਕਸ਼ਨਸ ਨੂੰ ਸਮਝ ਲਾਂਗੇ ਤੇ ਫਿਰ ਜਿਹੜੀ ਅੱਜ ਦੀ ਸਾਡੀ ਚਰਚਾ ਹੈ ਇਹ ਦਰਅਸਲ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੇ ਸੀ। ਵਰਨਾ ਇੱਥੇ ਤੱਕ ਤੇ ਆਪਣੀ ਸਹਿਮਤੀ ਹੋਈ ਜਾਏਗੀ ਕਿ ਭਾਈ ਕਸ਼ਮੀਰ ਬਾਰੇ ਤਾਂ ਸੀ। ਅੱਜ ਲਈ ਇੰਨਾ ਹੀ। ਧੰਨਵਾਦ ਤੇ ਰੱਬ ਰੱਖਾ।